ਕਾਂਸ਼ੀ ਟੀਵੀ ਦੇਖ ਰਹੇ ਮੇਰੇ ਸਾਰੇ ਪਿਆਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਗੁਰੂਦੇਵ, ਜੈ ਭੀਮ, ਜੈ ਇਨਸਾਨ। ਤੇ ਅੱਜ ਮੇਰੇ ਨਾਲ ਮੇਰੇ ਦੋਸਤ ਕੁਲਵੰਤ ਜੀ ਨੇ, ਉਹਨਾਂ ਵੱਲੋਂ ਹਾਂਜੀ ਜੈ ਗੁਰੂਦੇਵ, ਜੈ ਭੀਮ ਤੇ ਸਾਰਿਆਂ ਨੂੰ ਮੇਰੇ ਵੱਲੋਂ ਦੇਖ ਰਹੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਸਤਿ ਸ਼੍ਰੀ ਅਕਾਲ। ਤੇ ਆਪਾਂ ਹਾਂਜੀ ਪਵਨ ਸਿੰਘ ਜੀ ਅੱਜ ਸਟਾਰਟ ਕਰਦੇ ਹਾਂ। ਹਾਂਜੀ ਹਾਂਜੀ ਤੇ ਦੋਸਤੋ, ਦਰਸ਼ਕੋ, ਚਾਹਲ ਸਾਹਿਬ ਅੱਜ ਫੇਰ ਨਹੀਂ ਆ ਸਕੇ। ਉਹਨਾਂ ਦਾ ਘਰ ਦਾ ਕੰਮ ਨਹੀਂ ਨਿਬੜਿਆ ਤੇ ਕਹਿੰਦੇ ਸੀ ਅਗਲੇ ਹਫਤੇ ਮੈਂ ਜ਼ਰੂਰ ਮਾਰੂੰਗਾ। ਤੇ ਦੇਖੋ ਹੁਣ ਅਗਲੇ ਹਫਤੇ ਕਿਸ ਤਰ੍ਹਾਂ ਹੁੰਦਾ, ਤੇ ਉਮੀਦ ਹੈਗੀ ਵੀ ਉਹਨਾਂ ਦਾ ਘਰ ਦਾ ਕੰਮ ਨਿਬੜ ਜੂਗਾ। ਦੋਸਤੋ, ਜਿਹੜੀਆਂ ਅੱਜ ਅਸੀਂ ਗੱਲਾਂ ਕਰਨੀਆਂ ਉਹਨਾਂ ਦੇ ਵਿੱਚ ਅਸੀਂ ਜਿਹੜਾ ਇੱਕ ਮਜ਼ਦੂਰ ਦਿਹਾੜਾ, ਮਈ ਡੇ ਕਹਿੰਦੇ ਆ, ਲੇਬਰ ਡੇ ਕਹਿੰਦੇ ਆ, ਉਸ ਦੇ ਬਾਰੇ ਗੱਲ ਕਰਾਂਗੇ। ਕੋਵਿਡ ਜਿਹੜਾ ਇੰਡੀਆ ਦੇ ਵਿੱਚ ਨੁਕਸਾਨ ਹੋ ਰਿਹਾ, ਜਾਨੀ ਨੁਕਸਾਨ ਹੋ ਰਿਹਾ, ਉਸ ਦੇ ਬਾਰੇ ਗੱਲ ਕਰਾਂਗੇ। ਤੇ ਇੱਥੇ ਕਿਸ ਤਰ੍ਹਾਂ ਲੋਕ ਆਪਣੇ ਮੰਤਵਾਂ ਲਈ, ਸਿਆਸੀ ਮੰਤਵਾਂ ਲਈ ਧਰਮ ਨੂੰ ਵਰਤਦੇ ਨੇ, ਉਸ 'ਤੇ ਗੱਲ ਕਰਾਂਗੇ। ਤੇ ਇਹਦੇ ਨਾਲ ਇੱਕ ਛੋਟਾ ਮਸਲਾ ਹੋਰ ਹੈ, ਉਸ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੋਸਤੋ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਹਾਂ ਉਹ ਹੈਗੀ ਆ, ਪਿਛਲੇ ਹਫ਼ਤੇ ਸ਼ਨੀਚਰਵਾਰ ਨੂੰ ਇੰਗਲੈਂਡ ਦੇ ਵਿੱਚ ਸਾਰੇ ਕਿਤੇ ਜਿਹੜੀ ਇੱਥੇ ਦੀ ਯੂਨੀਅਨਸ ਆ ਉਹਨਾਂ ਨੇ ਮਜ਼ਦੂਰ ਦਿਵਸ ਮਨਾਇਆ, ਲੇਬਰ ਡੇ ਮਨਾਇਆ। ਇਹ ਲੇਬਰ ਡੇ ਕੀ ਹੈ, ਮਜ਼ਦੂਰ ਦਿਵਸ ਕੀ ਹੈਗਾ, ਇਹਦੇ ਬਾਰੇ ਗੱਲ ਕਰਾਂਗੇ। ਕਿਉਂਕਿ ਹਮੇਸ਼ਾ ਸਰਕਾਰਾਂ ਦਾ, ਰਾਜ ਕਰਨ ਵਾਲੀਆਂ ਤਾਕਤਾਂ ਦਾ ਇਹ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਉਹਨਾਂ ਜਿਹੜਾ ਲੋਕ ਪੱਖੀ, ਉਹਨਾਂ ਦੇ ਪੱਖ ਦੀਆਂ ਜਿਹੜੀ ਗੱਲਾਂ ਹੁੰਦੀਆਂ ਉਸ ਤੋਂ ਦੂਰ ਕੀਤਾ ਜਾਵੇ, ਉਹਨਾਂ ਦੇ ਇਤਿਹਾਸ ਤੋਂ ਦੂਰ ਕੀਤਾ ਜਾਵੇ। ਬਿਲਕੁਲ ਇਸ ਤਰ੍ਹਾਂ ਇਹ ਜਿਹੜਾ ਲੇਬਰ ਡੇ, ਮਈ ਡੇ ਸਾਡਾ ਮਜ਼ਦੂਰਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ, ਉਸ ਨੂੰ ਜਾਣ ਬੁੱਝ ਕੇ ਉਹਨਾਂ ਨੇ ਬੈਂਕ ਹੋਲੀਡੇ ਦਾ ਨਾਮ ਦੇ ਦਿੱਤਾ ਅਤੇ ਲੋਕਾਂ ਨੂੰ ਬੈਂਕ ਹੋਲੀਡੇ ਦਾ ਕਹਿ ਕੇ, ਛੁੱਟੀ ਕਹਿ ਕੇ ਉਹਨਾਂ ਨੇ ਇਹ ਗੱਲ ਨੂੰ ਇੱਕ ਪਾਸੇ ਕਰ ਦਿੱਤਾ, ਜਿਹੜਾ ਕਿ ਸਾਡੇ ਲਈ ਬਹੁਤ ਨੁਕਸਾਨਦੇਹ ਹੈ। ਇਸ ਗੱਲ ਦੀ ਮਹੱਤਤਾ ਕੀ ਆ ਉਹ ਆਪਾਂ ਉਸ ਬਾਰੇ ਗੱਲ ਕਰਦਾ ਕਿ ਮਈ ਡੇ ਦਾ, ਲੇਬਰ ਡੇ ਦਾ ਇਸ ਦਿਨ ਸਾਡੇ ਲੋਕਾਂ ਨੂੰ, ਮਜ਼ਦੂਰ ਲੋਕਾਂ ਨੂੰ, ਗਰੀਬ ਲੋਕਾਂ ਨੂੰ 8 ਘੰਟੇ ਡਿਊਟੀ ਕਰਨ ਦਾ ਹੱਕ ਮਿਲਿਆ ਸੀ। ਉਸ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਇੰਗਲੈਂਡ, ਇੱਧਰ ਯੂਰਪ ਦੇ ਵਿੱਚ ਵੀ ਅਤੇ ਇੰਡੀਆ 'ਚ ਤਾਂ ਹੁਣ ਵੀ ਚੱਲੀ ਜਾਂਦਾ, ਪਰ ਫਿਰ ਘੱਟ ਗਿਆ ਵੀ ਸੂਰਜ ਚੜ੍ਹੇ ਤੇ ਲੋਕਾਂ ਨੂੰ ਖੇਤਾਂ 'ਚ ਬਾੜ ਲੈਣਾ, ਫੈਕਟਰੀਆਂ 'ਚ ਬਾੜ ਲੈਣਾ, ਅਤੇ ਸੂਰਜ ਢਲੇ ਤੇ ਉਹਨਾਂ ਨੂੰ ਖੇਤਾਂ 'ਚੋਂ ਭੇਜ ਦੇਣਾ, ਛੁੱਟੀ ਕਰਾ ਦੇਣੀ, ਫੈਕਟਰੀਆਂ 'ਚੋਂ ਕੱਢ ਦੇਣਾ। ਇੰਗਲੈਂਡ ਦੇ ਵਿੱਚ ਤੁਹਾਨੂੰ ਪਤਾ ਵੀ 14 15 ਘੰਟੇ ਦੇ ਦਿਨ ਵੀ ਹੋ ਜਾਂਦੇ ਨੇ ਗਰਮੀਆਂ ਦੇ ਵਿੱਚ, ਅਤੇ ਅਮਰੀਕਾ 'ਚ ਵੀ ਇਸ ਤਰ੍ਹਾਂ ਹੀ ਆ। ਅਤੇ ਉਸ ਜਿਹੜੀ ਮਨੁੱਖ ਇੰਨਾ ਮਜ਼ਦੂਰ ਇੰਨਾ ਟੁੱਟ ਜਾਂਦਾ ਸੀ ਕਿ ਉਹਦੇ ਕੋਲ ਘਰ ਜਾਣ ਦੀ ਹਿੰਮਤ ਵੀ ਨਹੀਂ ਸੀ ਹੁੰਦੀ ਕਈ ਵਾਰ। ਇਹ ਸਾਰੇ ਕਾਹੇ ਤੋਂ ਜਿਹੜਾ ਲੋਕਾਂ ਨੇ ਤੰਗ ਹੋ ਕੇ, ਮਜ਼ਦੂਰਾਂ ਨੇ ਤੰਗ ਹੋ ਕੇ ਆਪਣੇ ਹੱਕਾਂ ਦੀ ਗੱਲ ਕੀਤੀ ਆ, ਉਹਦੇ ਲਈ ਉਹਨਾਂ ਨੇ ਯੂਨੀਅਨ ਦੇ ਥਰੂ ਲੜਾਈ ਸ਼ੁਰੂ ਕੀਤੀ ਸੀ। ਲਗਭਗ ਇਹ 1856 ਦੇ ਕਰੀਬ ਕਿਤੇ ਸ਼ੁਰੂ ਹੋਈ ਲੜਾਈ, ਅਤੇ ਇਹਦਾ ਜਿਹੜਾ ਸਿਖਰ ਸੀ ਉਹ 4 ਮਈ 1886 ਨੂੰ 'ਤੇ ਸੀ। ਅਤੇ ਉੱਥੇ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਹੇ ਮਾਰਕੀਟ ਜਿਹੜੀ ਉੱਥੇ ਹੈਗੀ ਆ, ਉੱਥੇ ਲੋਕ ਇਕੱਠੇ ਹੋਏ, ਕੋਈ ਲਗਭਗ 2.5 ਲੱਖ ਦੇ ਕਰੀਬ, 3 ਲੱਖ ਦੇ ਕਰੀਬ ਬੰਦਾ ਇਕੱਠਾ ਹੋਇਆ ਸੀ ਮਜ਼ਦੂਰ। ਉਹਨਾਂ ਨੇ ਇਹ ਮੰਗ ਕੀਤੀ ਕਿ ਸਾਨੂੰ 8 ਘੰਟੇ ਦੀ ਡਿਊਟੀ ਚਾਹੀਦੀ ਹੈ, ਜਿਹੜੀ ਕਿ ਉਸ ਟਾਈਮ ਦੇ ਸਰਮਾਏਦਾਰਾਂ ਨੂੰ ਬਿਲਕੁਲ, ਲੈਂਡਲੋਰਡਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ। ਅਤੇ ਜਦੋਂ ਉਹ ਉਸ ਟਾਈਮ ਮੀਟਿੰਗ ਹੋ ਰਹੀ ਸੀ, ਇਕੱਠ ਸੀ, ਤਾਂ ਉਸ ਟਾਈਮ ਦੇ ਵਿੱਚ ਇੱਕ ਬੰਬ ਉੱਥੇ ਚੱਲਿਆ, ਜਿਹਦੇ ਨਾਲ ਉੱਥੇ ਕਾਫੀ ਜਾਨੀ ਨੁਕਸਾਨ ਹੋਇਆ, ਪੁਲਿਸ ਅਫਸਰ ਵੀ ਮਾਰੇ ਗਏ, ਅਤੇ ਇਹਦੀ ਆੜ ਦੇ ਵਿੱਚ ਪੁਲਿਸ ਨੇ ਗੋਲੀ ਚਲਾਈ, ਕਾਫੀ ਜਾਨੀ ਨੁਕਸਾਨ ਹੋਇਆ। ਅਤੇ ਉਸ ਦਿਨ ਤੋਂ ਬਾਅਦ ਜਦੋਂ ਇਹ ਹੋਇਆ, ਦੂਏ ਦਿਨ ਫਿਰ ਲੋਕਾਂ ਨੇ ਮੀਟਿੰਗ ਕੀਤੀ ਅਤੇ ਉਹਦੇ ਲਈ ਇਹ ਗੱਲ ਚੱਲੀ ਕਿ ਅਸੀਂ 8 ਘੰਟੇ ਦੀ ਡਿਊਟੀ ਲੈ ਕੇ ਲੈਣੀ ਹੈ। ਅਤੇ ਜਦੋਂ ਉਹ 8 ਘੰਟੇ ਦੀ ਡਿਊਟੀ ਲੈਣ ਦੇ ਵਿੱਚ ਉਹ ਕਾਮਯਾਬ ਹੋ ਗਏ, ਤਾਂ ਉਸ ਤੋਂ ਬਾਅਦ ਜਿਹੜੀਆਂ ਯੂਨੀਅਨ ਸੀਗੀਆਂ ਉਹਨਾਂ ਨੇ ਇਹ ਫੈਸਲੇ ਕੀਤੇ ਕਿ ਇਹ ਦਿਨ ਮਨਾਇਆ ਜਾਵੇ। ਉਹ ਜਦੋਂ ਇਹ ਗੱਲ ਇਸ ਤਰ੍ਹਾਂ ਨਹੀਂ ਮੁੱਕ ਗਈ ਕਿ ਛੇਤੀ ਉਹਨਾਂ ਨੂੰ ਹੱਕ ਮਿਲ ਗਏ, ਉਹਦੇ ਵਿੱਚ 7 ਯੂਨੀਅਨ ਲੀਡਰਸ ਜਿਹਨਾਂ ਸੀਗੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸਰਕਾਰ ਵੱਲੋਂ, ਸਿਸਟਮ ਵੱਲੋਂ। ਅਤੇ ਉਹਨਾਂ ਦੇ ਵਿੱਚੋਂ 4 ਨੂੰ ਬਾਅਦ ਵਿੱਚ ਫਾਂਸੀ ਦਿੱਤੀ ਗਈ, ਅਤੇ ਇੱਕ ਦੇ ਸਿਰ ਦੇ ਉੱਤੇ ਬੰਬ ਟੋਪੀ ਦੇ ਵਿੱਚ ਰੱਖ ਕੇ ਚਲਾ ਦਿੱਤਾ ਗਿਆ, ਅਤੇ ਕਈਆਂ ਨੂੰ ਉਮਰ ਕੈਦਾਂ ਦੇ ਵਿੱਚ ਜ਼ਿੰਦਗੀ ਗੁਜ਼ਾਰਨੀ ਪਈ। ਅਤੇ ਇਹ ਸਾਰਾ ਕੁਛ ਹੈਗਾ। ਅਤੇ ਇਸ ਦੇ ਵਿੱਚ ਇੰਡੀਆ ਦੇ ਵਿੱਚ ਕੀ ਆ, ਉਸ ਦੇ ਸੰਬੰਧਿਤ ਕਿਸ ਤਰ੍ਹਾਂ ਇਹ ਲਾਗੂ ਕਰਦੇ ਨੇ ਜਾਂ ਕੀ ਆ, ਮੇਰੇ ਦੋਸਤ ਸਾਥੀ ਕੁਲਵੰਤ ਜੀ ਉਸ ਦੇ ਬਾਰੇ ਗੱਲ ਕਰਨਗੇ।
ਹਾਂਜੀ ਭਗਵੰਤ ਜੀ, ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜਾ ਮੇ ਡੇ ਆ ਆਪਾਂ ਮਨਾਇਆ, ਜਿਹੜਾ ਹੁਣ ਥੋੜ੍ਹੇ ਦਿਨ ਹੋ ਗਏ ਲੰਘ ਕੇ ਗਿਆ ਆ ਸ਼ਨੀਚਰਵਾਰ ਨੂੰ। ਹਾਂਜੀ, ਦੇਖੋ ਇਹਨੂੰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਗੱਲ ਕਰੀਏ, ਮਜ਼ਦੂਰ ਡੇ ਜਾਣੀ ਲੇਬਰ ਡੇ ਇਹਨੂੰ ਆਪਾਂ ਕਹੀਏ। ਇਹ ਪੂਰੀ ਦੁਨੀਆ ਦੇ ਵਿੱਚ ਦੇਖੋ, ਇਹ ਜਿਹੜਾ 8 ਘੰਟੇ ਦੀ ਜੌਬ ਸੀਗੀ, 8 ਘੰਟੇ ਦੀ ਜਿਹੜੀ ਜੌਬ ਇਹ ਮਜ਼ਦੂਰਾਂ ਨੂੰ ਜਾਂ ਜਿਹੜੇ ਸਰਕਾਰੀ ਕਰਮਚਾਰੀ ਆ ਜਾਂ ਹੋਰ ਵੀ ਕਿਸੇ ਫੈਕਟਰੀਆਂ ਫਾਊਂਡਰੀਆਂ 'ਚ ਕੰਮ ਕਰਦੇ ਆ ਉਹਨਾਂ ਨੂੰ ਆ ਜਿਹੜੀ ਇਹ ਮਿਲੀ ਆ, ਇਹ ਕਾਫੀ ਭਗਵੰਤ ਸਿੰਘ ਜੀ ਜਾਨਾਂ ਗਵਾ ਕੇ ਇਹ ਮਿਲੀ ਆ। ਮਿਹਨਤ ਮੁਸ਼ੱਕਤ ਦੇ ਨਾਲ ਇਹ ਪ੍ਰੋਟੈਸਟ ਕਰਕੇ, ਜਿਸ ਟਾਈਮ ਇਹ ਸ਼ਿਕਾਗੋ ਦੇ ਵਿੱਚ, ਉਦੋਂ ਅਮਰੀਕਾ ਦੇ ਵਿੱਚ ਤੁਸੀਂ ਪਹਿਲਾਂ ਦੱਸਿਆ ਹੀ ਆ ਕਿ 4 ਮਈ ਨੂੰ ਜਦੋਂ ਇਹ ਇੰਸੀਡੈਂਟ ਹੋਇਆ ਸੀਗਾ ਤਾਂ 7 ਜਣਿਆਂ ਨੂੰ ਇਹ 1886 ਨੂੰ ਜਿਹੜੀ ਜਾਣੀ ਕਿ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀਗੀ। ਜਿਹੜੇ ਯੂਨੀਅਨ ਦੇ ਲੀਡਰ ਸੀਗੇ, ਜਿਹੜੇ ਉਹਨਾਂ ਨੂੰ ਲੀਡ ਕਰਦੇ ਸੀ ਮਜ਼ਦੂਰਾਂ ਨੂੰ, ਸੋ ਇਹ ਬਹੁਤ ਉਸ ਟਾਈਮ ਮੰਦਭਾਗੀ ਘਟਨਾ ਵਾਪਰੀ, ਕਿਉਂਕਿ ਉਹਨਾਂ ਨੇ ਆਪਣੀਆਂ ਜਾਨਾਂ ਗਵਾ ਕੇ ਇਹ ਸਾਨੂੰ ਜਿਹੜੇ ਰਾਈਟ ਆ ਉਹ ਲੈ ਕੇ ਦਿੱਤੇ। ਇਹਦੇ ਨਾਲ ਜੇ ਆਪਾਂ ਗੱਲ ਕਰੀਏ, ਹੁਣ ਭਾਰਤ ਦੀ ਆਪਾਂ ਗੱਲ ਕਰਦੇ ਹਾਂ, ਭਾਰਤ ਵਰਗੇ ਮੁਲਕ ਦੇ ਵਿੱਚ ਜਾਂ ਭਾਰਤ ਦੇ ਨਾਲ ਲੱਗਦੇ ਹੋਰ ਗੁਆਂਢੀ ਜਿਹੜੇ ਮੁਲਕ ਆ ਜਾਂ ਹੋਰ ਵੀ ਲਾ ਲਓ ਚਾਹੇ, ਉਹਨਾਂ ਦੇ ਵਿੱਚ ਵੀ ਇਹ ਕਿਤੇ ਨਾ ਕਿਤੇ ਅੱਜ ਦੁਬਾਰਾ ਫੇਰ ਉਹੀ ਚੀਜ਼ ਫੇਰ ਦੁਹਰਾਈ ਜਾ ਰਹੀ ਆ। ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ 12 ਘੰਟੇ ਇਹ ਜਿਹੜੀ ਜੌਬ ਆ ਹੁਣ ਫੇਰ ਦੁਬਾਰਾ ਇਹ ਕੁਛ ਜਿਹੜੀ ਆ ਲਾਗੂ ਇਹ ਕਰ ਦਿੱਤੀ ਗਈ ਆ ਮੋਦੀ ਗੌਰਮੈਂਟ ਨੇ, ਚਾਹੇ ਉਹ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਉਹ ਸਰਕਾਰੀ ਸੈਕਟਰ ਹੋਵੇ, ਕਿਉਂਕਿ ਇਹ ਵੀ ਇੱਕ ਬਹਾਨਾ ਪਾਇਆ ਗਿਆ ਆ ਪਿਛਲੇ ਕੁਝ ਸਮੇਂ ਦੇ ਵਿੱਚ ਵੀ ਜਿਹੜਾ ਕਰੋਨਾ ਕਾਲ ਦੇ ਵਿੱਚ ਜਿਹੜੇ ਪੈਂਡਿੰਗ ਕੰਮ ਪਏ ਆ ਜਾਂ ਕੰਮਾਂ ਦੇ ਜਿਹੜੇ ਕੰਮ ਘਟਣ ਦੇ ਨਾਲ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਜਿਹੜੀਆਂ ਫਾਊਂਡਰੀਜ਼ ਹੈਗੀਆਂ ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਆ, ਉਹ ਜਿਹੜੀ ਪ੍ਰੋਡਕਸ਼ਨ ਉਨੀ ਨਹੀਂ ਨਿਕਲ ਸਕੀ, ਜਿਹਦੇ ਨਾਲ ਕਿ ਜਿਹੜੀ ਆ GDP ਆ ਉਹ ਘਟੀ ਆ ਜਾਂ ਹੋਰ ਵੀ ਆ ਵੀ ਜਿਹੜੇ ਮਜ਼ਦੂਰਾਂ ਨੂੰ ਆ ਜਿਹੜੀ ਹੋਰ ਵੱਧ ਕੰਮ ਕਰਨਾ ਪਊਗਾ। ਜਿਹੜੀ 8 ਘੰਟੇ ਤੋਂ ਵਧਾ ਕੇ ਇਹਨਾਂ ਨੇ 12 ਘੰਟੇ ਤਕਰੀਬਨ ਕਰ ਦਿੱਤੀ ਆ, ਉਹ ਵੀ ਵਿਦਆਊਟ ਓਵਰ ਟਾਈਮ। ਹਾਂ, ਵਿਦਆਊਟ ਓਵਰ ਟਾਈਮ। ਤੁਸੀਂ ਇੱਥੋਂ ਤੱਕ ਦੇਖ ਲਓ, ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਕਲੀਅਰ ਹੋ ਗਿਆ, ਜਾਣੀ ਥੋੜ੍ਹੇ ਜਿਹੇ 2-4 ਸਾਲਾਂ ਦੇ ਵਿੱਚ ਆਪਣੇ ਜਿਹੜੇ ਬੈਂਕ ਮੁਲਾਜ਼ਮ ਆ, ਆਪਾਂ ਉਹਨਾਂ ਦੀ ਜੌਬ ਨੂੰ ਬਹੁਤ ਵਧੀਆ ਸਮਝਦੇ ਸੀਗੇ, ਜਿਹੜੇ ਆਪਾਂ ਭਾਰਤੀਆਂ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਵੀ ਬੈਂਕਾਂ ਵਾਲੇ ਜਿਹੜੇ ਹੈਗੇ ਆ ਉਹ ਬਹੁਤ ਸੋਹਣੀ ਨੌਕਰੀ ਕਰਦੇ ਆ ਨਾ, ਤੇ ਉਹਨਾਂ ਦਾ ਵੀ ਦੇਖ ਲਓ ਇਹ ਹਾਲ ਆ ਵੀ ਉਹਨਾਂ ਨੂੰ 7 ਵਜੇ ਤੱਕ, 8 ਵਜੇ ਤੱਕ, ਈਵਨ 9-9 ਵਜੇ ਤੱਕ ਕਈ ਵਾਰੀ ਦੇਖਿਆ ਜਾਂਦਾ ਵੀ ਬੈਂਕਾਂ ਦੇ ਵਿੱਚ ਉਹਨਾਂ ਨੂੰ ਆਪਣੇ ਕੰਮ ਮੁਕਾ ਕੇ ਫੇਰ ਜਾਣਾ ਪੈਂਦਾ ਆ, ਕਲੋਜ਼ਿੰਗ ਕਰਨੀ ਪੈਂਦੀ ਆ, ਕਿਉਂਕਿ ਉਹਨਾਂ 'ਤੇ ਬਰਡਨ ਹੀ ਇੰਨਾ ਆ, ਉਹਨਾਂ ਨੂੰ ਕੰਮ ਹੀ ਇੰਨਾ ਦਿੱਤਾ ਜਾਂਦਾ ਆ ਕਿ ਜਿਹੜੀ ਕਿ ਲੋਕ ਜਿਹੜੀਆਂ ਜਿੱਦਾਂ ਹੁਣ ਆਪਾਂ ਗੱਲ ਕਰੀਏ ਵੀ ਵੈਕੈਂਸੀਆਂ ਘਟਾਈ ਜਾਂਦੇ ਆ, ਘਟਾਉਣ ਦੇ ਨਾਲ ਜਿੱਥੇ 6 ਬੰਦੇ ਜਾਂ 7 ਬੰਦਿਆਂ ਨੇ ਕੰਮ ਕਰਨਾ ਆ, ਉੱਥੇ ਉਹ ਸਿਰਫ ਟਰਾਈ ਕਰਦੇ ਆ ਕਿ 4 ਜਣਿਆਂ ਤੋਂ ਕੰਮ ਉਹ ਲਿਆ ਜਾਵੇ। ਸੋ ਇਹ ਬਰਡਨ ਆ ਜਿਹੜਾ ਇਹ ਵਧੀ ਜਾਂਦਾ ਆ ਮਨੁੱਖ ਦੇ ਉੱਤੇ। ਤਾਂ ਇਹ ਜਿਹੜਾ ਮੇਡ ਆ ਆਪਾਂ ਉਹਦੇ ਨਾਲ ਰਲਾ ਕੇ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਦੇਖਣ 'ਚ ਆਉਂਦਾ ਕਿ ਕਿੱਦਾਂ ਫਿਰ ਦੁਬਾਰਾ ਇਹ ਗੌਰਮੈਂਟ ਆ ਜਿਹੜੀਆਂ ਤਾਨਾਸ਼ਾਹੀ ਆ, ਇਹ ਦੁਬਾਰਾ ਫਿਰ ਇਹ ਮਜ਼ਦੂਰਾਂ ਦੇ ਉੱਤੇ, ਗਰੀਬਾਂ ਦੇ ਉੱਤੇ ਇਹੋ ਚੀਜ਼ਾਂ ਫਿਰ ਥੋਪਣੀਆਂ ਚਾਹੁੰਦੇ ਆ। ਆਪਣੇ ਕੁਲਵੰਤ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਆ। ਅਸਲ ਦੇ ਵਿੱਚ ਇਹ ਜਿਹੜਾ ਸਾਡੇ ਬਜ਼ੁਰਗ ਇੱਥੇ ਆਏ ਸੀ ਉਹਨਾਂ ਨੂੰ ਪੁੱਛਿਆ ਤੇ ਜਾਣੀਏ, ਜਿਨ੍ਹਾਂ ਨੇ ਫਾਊਂਡਰੀਆਂ ਫੈਕਟਰੀਆਂ ਕੀਤਾ, ਉਦੋਂ ਇੱਥੇ ਕਾਫੀ ਧੱਕਾ ਹੁੰਦਾ ਰਿਹਾ। ਅੱਜ ਮੇਰੇ ਵੀਰ, ਅਸੀਂ ਲੋਕ, ਸਾਡੇ ਵੀਰ ਕਈ ਲੋਕ ਫੈਕਟਰੀਆਂ ਦੇ ਮਾਲਕ ਨੇ, ਖੁਦ ਫੈਕਟਰੀਆਂ ਦੇ ਮਾਲਕ ਨੇ, ਉਹਨਾਂ ਦੇ ਵਿੱਚੋਂ ਕਈ ਹੋਣਗੇ, ਉਹਨਾਂ ਕੋਲ ਸੈਂਕੜੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਹੋਣਗੇ, ਤੇ ਪਰ ਫਿਰ ਵੀ ਇੱਕ ਇਨਸਾਨੀਅਤ ਦੇ ਨਾਤੇ ਸਾਨੂੰ ਸਾਰਿਆਂ ਨੂੰ ਇਹ ਗੱਲ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਕਿ 8 ਘੰਟੇ ਦੀ ਡਿਊਟੀ ਜਿਹੜੀ ਹੈਗੀ ਆ ਉਹ ਕੁਝ ਸੋਚ ਸਮਝ ਕੇ ਰੱਖੀ ਗਈ ਆ। 8 ਘੰਟੇ 'ਚ ਇਨਸਾਨ ਬੁਰੀ ਤਰ੍ਹਾਂ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਹਾਰ ਜਾਂਦਾ, ਅਤੇ ਉਸ ਨੂੰ ਉਸ ਟਾਈਮ ਛੁੱਟੀ ਚਾਹੀਦੀ ਆ। ਉਸ ਤੋਂ ਮਗਰੋਂ ਸੋਸ਼ਲ ਲਾਈਫ ਮਨੁੱਖ ਦੀ, ਉਹਨੂੰ ਜੀਣਾ ਹੁੰਦਾ, ਆਪਣੇ ਬੱਚਿਆਂ ਕੋਲ ਜਾਣਾ ਹੁੰਦਾ, ਮਾਂ ਬਾਪ ਕੋਲ ਜਾਣਾ ਹੁੰਦਾ, ਆਪਣੇ ਪਰਿਵਾਰ 'ਚ ਜਾਣਾ ਹੁੰਦਾ, ਆਪਣੇ ਉਹਦੀ ਜਿਹੜੀ ਡਿਊਟੀਆਂ ਨੇ ਉਹ ਨਿਭਾਉਣੀਆਂ ਹੁੰਦੀਆਂ। ਅਤੇ ਇਹ ਚਾਹੀਦਾ, ਅਤੇ ਇੰਡੀਆ ਸਰਕਾਰ ਨੇ ਜੋ ਕੁਝ ਕੀਤਾ ਬਹੁਤ ਗਲਤ ਕੀਤਾ, ਅਤੇ ਸਾਡੇ ਜੋ ਵੀਰ ਇੰਡੀਆ 'ਚ ਇਹ ਸੁਨੇਹਾ ਪਹੁੰਚਾ ਸਕਦੇ ਹਾਂ ਕਿ ਲੋਕੋ ਉੱਠੋ ਅਤੇ 8 ਘੰਟੇ ਡਿਊਟੀ ਲਈ ਫੇਰ 'ਚ ਆਪਣੀ ਲੜਾਈ ਕਰੋ। ਬਾਕੀ ਕੁਲਵੰਤ ਜੀ, ਜਿਹੜੀ ਗੱਲ ਇੱਕ ਕੋਵਿਡ ਦੇ ਬਾਰੇ ਹੈਗੀ ਆ, ਜਿਹੜਾ ਕਰੋਨਾ ਆ, ਉਹਨੇ ਜੋ ਹਾਲਤ ਇੰਡੀਆ ਦੀ ਕੀਤੀ ਹੋਈ ਆ, ਅੱਜ ਉਹ ਜਿਹੜਾ ਡਿਜੀਟਲ ਇੰਡੀਆ ਬਣਾਉਂਦਾ ਫਿਰਦਾ ਸੀ, ਉਹ ਡਿੱਗ ਪਿਆ ਇੰਡੀਆ, ਮੇਰੇ ਮੂੰਹ 'ਚੋਂ ਨਿਕਲਦਾ ਆ ਵੀ ਡਿੱਗ ਪਿਆ ਇੰਡੀਆ ਹੋ ਗਿਆ ਆ। ਅਤੇ ਉਹਨਾਂ ਨੇ ਲੋਕਾਂ ਦੀ ਹਾਲਤ ਇਹ ਕੀਤੀ ਹੈ ਕਿ ਤੁਸੀਂ, ਆਪਾਂ ਮਤਲਬ ਕਿ ਦੱਸਣ ਦੀ ਕੋਈ ਲੋੜ ਨਹੀਂ, ਤੁਸੀਂ ਸਾਰੇ ਰੋਜ਼ ਟੈਲੀਵਿਜ਼ਨ ਦੇਖਦੇ ਹੋ ਕਿਸ ਤਰ੍ਹਾਂ ਮਾਵਾਂ ਪੁੱਤਾਂ ਨੂੰ ਰੋਂਦੀਆਂ, ਪੁੱਤ ਮਾਵਾਂ ਨੂੰ ਰੋਂਦੇ ਆ, ਪਿਓ ਬੱਚੇ ਸਾਰੇ
मतलब कि इस तरह की हालत बनाती कि तरसयोग है। तो जो अणमनुखी आ जी सब तो वड्डी अणमनुखी आ कि लोग सड़कों के उत्ते अपने प्यारिਆਂ ਨੂੰ जान तो प्यारे बच्चों अपने जान तो प्यारे माँ बाप ਨੂੰ सड़कों पर फूक रहे हैं या छड्ड के जा रहे हैं, मजबूरी बन गई है उन्होंने। ये सारा कहते जिम्मेवारी सरकारों की होंगी। जो लोग टैक्स देंगे ने उन्होंने हक बनता क्योंकि चंगी जिंदगी की आस रखते हैं सरकार को। मेरे कई वीर आम आप गल कोई करते हैं इंडिया के वही लोग मेरे वर्गे कई सोचते रहते हैं कि मैं तो इनकम टैक्स दिंदा नहीं। इनकम टैक्स एक हिस्सा आ, पर तुसी हर इंसान टैक्स दे रहा है। भारत वर्गे मुल्कों तो इंग्लैंड के भी लगभग असीं 50% साडा टैक्सां निकल जाता, तो इंडिया से एक बड़ा हिस्सा थोड़ा भी टैक्सां निकल जाता जोड़ा तुसीं जिन्हों अपने GST कहने आ या होर कोई चूल्हा टैक्स ने या कोई होर टैक्स ने वो तुसीं दिंदे पे हो, वो उन्होंने देण तो बाद तुहाडा हक बनता कि तुहानूं इस तरह की जिंदगी चंगी जिंदगी एक सिविलाइज्ड लाइफ एक सभ्यक जिंदगी जीण का हक बनता है। तो यह हक तुहाडे कोलों खो लिया। खो काहदे लिया? क्योंकि तुसीं असीं उस गल तो अवेसले हो गए हैं, साड़ी अवेयरनैस घट गई आ, असीं सौ गए हैं, पिछे हो गए हैं। तो अज उस करके जिहड़ा BJP या मोदी सरकार है इसने तुहाडा हाल ये किया है कि अज बहुत बुरी हालत है। मैं उहदे नाल जुड़दी गल करांगा कि ऑक्सीजन के नाल जुड़दियां गल्लां ये हैं कि पिछले हफ्ते भी आप गल की सी। ऑक्सीजन के नाल एक गल नवीं आई है कि देखो किस तरह गंदी सियासत खेली जा रही है। एक पासे लोग मर रहे हैं, उस पासे उन्होंने अपनी सियासत खेलन का अपने प्रॉफिट का अपने बिजनेस पे आया। पिछले हफ्ते गल की कि सऊदी अरेबिया के शेख ने इंडिया नूं कोई 80 मीट्रिक टन गैस भेजी सी। इंडिया जाने तो बाद की किया, उन्होंने टैंकों के उत्ते जिहड़े पोस्टर है वो रिलायंस के लाते गए, अंबानी के लाते गए हैं। तो उन्हें जो देखा उन्होंने इंडिया गौरमेंट को इतराज़ किया कि तुसीं की करते पे हो। फिर उन्हें जिगरे नाल गल की, कहना चलो कोई गल नहीं भी तुसीं पोस्टर तो ला ले पर तुसीं इहनूं बेचो ना। हुण जिहड़ी ये ऑक्सीजन तुहाडे कोल पहुंची है इहनूं लोकां तक जरूर पहुँचाओ। चलो असीं ये नहीं कहते भी सऊदी अरेबिया के शेख ने या होर ने बहुत वधिया ने, तो उन्होंने लोगों उन्होंने उत्थे जाके वो अलग चीज़ हैगी आ, वो जिहड़ी कंट्रोवर्सी हैगी कि उन्होंने मुल्कों के जो ह्यूमन राइट्स का की हाल होंदा अलग चीज़ है। तो पर आपां अज गल करते कोविड की भी उन्होंने लोगों ने किया आ। तो ये हालत बना दी है कोविड की लोगों के विच। हस्पतालों के विच जिहड़े आम लोग ने वो स्टाफ नूं कुੱਟਣ ते लगे हुए हैं। ਜਿਹੜਾ आम आप इंग्लैंड भी देखते कई बार जब आप कई बार किते जाने जो कोई सानू सर्विस सही नहीं मिलती असीं स्टाफ नूं गालां कढ़दे हैं। उहदे विच स्टाफ का कसूर नहीं हुंदा, स्टाफ का बेचारा एक मूहरे बैठा उन्हां दा रिसैप्शन ते रिप्रजेंटेटिव हुंदा, जिहड़ी पिछे ऑर्गेनाइजेशन आ उन्हां दा। जिहड़े हस्पताल ने उन्हां दे विच जे वो डॉक्टर ऑक्सीजन ना होण करके जे उत्थे या दवाइयां ना होण करके लोग मरदे पे ने, उस डॉक्टरां दा स्टाफ का एडा कसूर नहीं है। कई पासे ये नहीं कहता डॉक्टर करप्ट ने, बहुत करप्ट ने, उत्थे बहुत ज़्यादा बुरी हालत है। पर जिहड़ी हालतां विच ये देखने की गल हैगी है कि हुण जिहड़ी हालत बनी पई उहदे च उन्हां दा कसूर नहीं, सानूं उन्हां नूं नहीं मारना कुੱਟਣਾ चाहिए। तो अपने कुलवंत जी तुसीं इस बारे की विचार करोगे? हाँ जी भगवंत जी, जिहड़ी तुसीं गल कीती ऑक्सीजन की, भारत बिलक रहा है अज किद्दां रोडां दे उत्ते आपां देख रहे हैं कि लाशां जिहड़ियां आ बॉडीज़ हैगियां लोकां दियां, अपने प्यारिਆਂ ਦੀਆਂ, सज्जणा मित्रां दियां, अपने है ना ਉਹ ਕਿੱਦਾਂ ਉਹ ਲੈ ਕੇ ਬੈਠੇ ਆ। ਚਾਹੇ ਉਹਨਾਂ ਕੋਲ ਆਕਸੀਜਨ ਸਿਲੰਡਰ ਆ ਜਿਹੜਾ ਉਹ ਰੋਡ ਤੇ ਲੈ ਕੇ ਬੈਠੇ ਆ, ਜੇ ਕਿਸੇ ਨੂੰ ਮਿਲ ਗਿਆ ਤਾਂ ਕਈਆਂ ਨੂੰ ਤਾਂ ਨਹੀਂ ਮਿਲਦਾ ਹੈਗਾ। ਕੋਈ ਆਟੋ ਦੇ ਵਿੱਚ ਬੈਠਾ ਆ, ਕੋਈ ਗੱਡੀ ਦੇ ਵਿੱਚ ਬਾਹਰ ਰੋਡ ਦੇ ਉੱਤੇ ਬੈਠਾ ਆ। ਜਿੱਦਾਂ ਜਿੱਦਾਂ ਕੋਈ ਟਰਾਈ ਕਰਦੇ ਆ ਕਿ ਹਸਪੀਟਲਾਂ ਦੇ ਵਿੱਚ ਜਾਂਦੇ ਆ, ਇੱਕ ਜੀ ਵਿੱਚ ਇੱਕ 'ਚ ਨਹੀਂ ਮਿਲਦਾ ਤਾਂ ਦੂਸਰੇ ਦੇ ਵਿੱਚ ਜਾਂਦੇ ਆ, ਦੂਸਰੇ 'ਚ ਨਹੀਂ ਮਿਲਦਾ ਬੈੱਡ ਜਾਂ ਆਕਸੀਜਨ ਨਹੀਂ ਮਿਲਦੀ ਤਾਂ ਤੀਸਰੇ ਜਾਂਦੇ ਆ। ਦੇਖੋ ਕਿੱਦਾਂ ਉਹ ਤਕਰੀਬਨ 8-8 10-10 ਘੰਟੇ 12-12 ਘੰਟੇ ਇੱਥੋਂ ਤੱਕ ਬਿਲਕ ਕੇ ਰੋਡਾਂ ਦੇ ਉੱਤੇ ਕਿੱਦਾਂ ਖੱਜਲ ਹੋ ਰਹੇ ਆ। ਇੱਥੋਂ ਇਹ ਸਮਝ ਸਾਨੂੰ ਆਉਂਦੀ ਆ ਵੀ ਜਿਹੜਾ ਮੋਦੀ ਕਿਸੇ ਟਾਈਮ ਕਹਿੰਦਾ ਸੀ ਕਿ ਅਸੀਂ 100 ਜਿਹੜੀ ਸਮਾਰਟ ਸਿਟੀ ਬਣਾਉਣੀ ਆ, ਬੁਲਟ ਟ੍ਰੇਨਾਂ ਚਲਾਉਣੀਆਂ ਆ। ਜਿਹੜੀ ਬੁਲਟ ਟ੍ਰੇਨਾਂ ਉਹ ਚਲਾਉਣੀਆਂ ਕਿਹਨਾਂ ਲਈ ਆ ਜਾਂ ਕਿਹਨਾਂ ਲਈ ਸੀ, ਜਾਂ ਸਮਾਰਟ ਸਿਟੀਆਂ ਜਿਹੜੀਆਂ ਉਹ ਕਿਹਨਾਂ ਲਈ ਬਣਾਉਣੀਆਂ ਸੀ, ਕਿਹੜੇ ਉੱਥੇ ਸ਼ਾਪਿੰਗ ਮਾਲਸ ਖੁੱਲ੍ਹਣੇ ਸੀਗੇ, ਕਿਹਨਾਂ ਨੇ ਉੱਥੇ ਸ਼ਾਪਿੰਗ ਕਰਨੀ ਸੀਗੀ। ਲੋਕ ਅੱਜ ਰੋਟੀ ਲਈ ਤਰਸ ਰਹੇ ਆ, ਆਕਸੀਜਨ ਲਈ ਤਰਸ ਰਹੇ ਆ, ਬੈੱਡਸ ਦੇ ਲਈ ਤਰਸ ਰਹੇ ਆ, ਹਸਪੀਟਲਸ ਹੈ ਨਹੀਂ ਗੇ ਸਾਡੇ ਕੋਲ। ਦੇਖੋ ਇਹੋ ਜਿਹੇ ਹਾਲਾਤ ਬਣਾਤੇ ਆ, ਮੈਡੀਸਨ ਸਾਡੇ ਕੋਲ ਹੈ ਨਹੀਂ ਗੀ। ਕਿੱਦਾਂ ਬਾਹਰਲੀਆਂ ਕੰਟਰੀਆਂ ਨੇ ਆਕਸੀਜਨਾਂ ਇੱਥੋਂ ਭੇਜਣੀਆਂ ਸ਼ੁਰੂ ਕੀਤੀਆਂ ਤਾਂ ਕਿਤੇ ਜਾ ਕੇ ਉਹਨਾਂ ਨੂੰ ਥੋੜ੍ਹੀ ਬਹੁਤੀ ਰਾਹਤ ਮਿਲੀ ਆ।
ਇੱਕ ਆਪਾਂ ਪਹੁੰਚੀ ਇਹਦੇ ਨਾਲ ਦੂਜੀ ਗੱਲ ਕਰਦੇ ਹਾਂ ਵੀ ਭਾਰਤ ਇੱਕ ਇਹੋ ਜਿਹਾ ਮੁਲਕ ਆ, ਸ਼ਰਮਨਾਕ ਗੱਲ ਇਹ ਆ ਵੀ ਉਹ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਜਿਹੜੀ ਆ ਆਕਸੀਜਨ ਆ ਉਹ ਪ੍ਰੋਡਿਊਸ ਕਰਦਾ, ਸਭ ਤੋਂ ਜ਼ਿਆਦਾ ਬਣਦੀ ਹੈ, ਜਾਣੀ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਫੈਕਟਰੀਆਂ ਉੱਥੇ ਜਿਹੜੀਆਂ ਭਾਰਤ ਦੇ ਵਿੱਚ ਆ। ਐਂਡ ਵੈਕਸੀਨ ਦਾ ਵੀ ਹੈਗਾ ਜਿਹੜਾ ਨਾ, ਵੈਕਸੀਨ ਦਾ ਵੀ ਮੇਨ। ਹਾਂਜੀ ਹਾਂਜੀ, ਦੇਖੋ ਇਹ ਜਾਣੀ ਕਿ ਹਾਸੋਹੀਣੀ ਗੱਲ ਨਹੀਂ ਹੈਗੀ ਵੀ ਜਿੱਥੇ ਏਡੇ ਵੱਡੇ ਪੱਧਰ ਤੇ ਪ੍ਰੋਡਕਸ਼ਨ ਹੁੰਦੀ ਹੋਵੇ, ਫੈਕਟਰੀਆਂ ਹੋਣ ਆਕਸੀਜਨ ਦੀਆਂ, ਜਿਹੜੀਆਂ ਆਕਸੀਜਨ ਤਿਆਰ ਕਰਦੀਆਂ ਆ, ਚਾਹੇ ਉਹ ਇੰਡਸਟਰੀ ਹੋਵੇ ਚਾਹੇ ਦੂਸਰੀ ਹੋਵੇ, ਹੈ ਨਾ। ਬਿਲਕੁਲ। ਸੋ ਉਹ ਅੱਜ ਤੜਫ ਰਹੇ ਲੋਕ ਆ, ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰ ਸਕਿਆ, ਜਾਣੀ ਕਿੰਨੀਆਂ ਹਾਸੋਹੀਣੀਆਂ ਗੱਲਾਂ ਇਹ। ਸੋ ਇੱਦਾਂ ਮੋਦੀ ਗੌਰਮੈਂਟ ਹੈ। ਦੂਸਰੇ ਪਾਸੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਜ਼ੋਰ ਲਾਇਆ ਹੋਇਆ ਸੀਗਾ, ਦੇਖੋ ਕਿੱਦਾਂ ਉਹਨਾਂ ਨੇ ਕਰੋਨੇ ਦੀ, ਲੋਕਾਂ ਦੀ ਜ਼ਿੰਦਗੀ ਦੀ ਨਾ ਪਰਵਾਹ ਕਰਦਿਆਂ ਬਿਲਕੁਲ ਉਹ ਕਰੋਨਾ ਅੱਜ ਇਸ ਸਟੇਜ 'ਤੇ ਆ ਕੇ ਖੜੇ ਹੋ ਗਿਆ ਕਿ ਲੋਕ, ਆਮ ਲੋਕ, ਗਰੀਬ ਲੋਕ ਸਾਰੇ ਉਹਦੇ ਵਿੱਚ, ਉਹ ਜੰਜਾਲ ਦੇ ਵਿੱਚ ਜਿਹੜੇ ਫਸ ਗਏ ਆ, ਉਹ ਅੱਜ ਕਿੱਦਾਂ ਆਪਣੀਆਂ ਜਾਨਾਂ ਗਵਾ ਰਹੇ ਆ। ਇਹ ਬਹੁਤ ਹੀ ਦੁਖਦਾਈ ਗੱਲ ਆ ਇਹ। ਹਾਂਜੀ ਹਾਂਜੀ, ਈਵਨ ਜਿਹੜੀ ਇਹਨਾਂ ਦੇ ਵਿੱਚ ਜੋ ਕੁਛ ਹੁਣ ਹੁੰਦਾ ਪਿਆ, ਜਿਹੜੀ ਰਾਜ ਕਰਦਾ ਸਰਕਾਰਾਂ ਆ, ਉਹਨਾਂ ਦੇ ਵਿੱਚ ਵੀ ਕੰਟਰੋਵਰਸੀ ਪੈਦਾ ਹੋ ਰਹੀ ਆ। ਜਿਹੜਾ KL ਅਡਵਾਨੀ, ਕ੍ਰਿਸ਼ਨ ਲਾਲ ਜੀ ਨੇ, ਉਹਨੂੰ ਵੀ ਇਹ ਟਵੀਟ ਕਹਿੰਦੇ ਸੁਣਿਆ ਵੀ ਉਹਨਾਂ ਦੀ ਅਸਲ ਦੇ ਵਿੱਚ ਕੀ ਸਰਕਾਰਾਂ, ਇਹ ਲੋਕ ਆਪਸ ਦੇ ਵਿੱਚ ਮਿਲ ਜੁਲ ਕੇ ਇਸ ਤਰ੍ਹਾਂ ਕਰ ਵੀ ਲੈਂਦੇ ਨੇ ਕਿ ਮੈਥੋਂ ਬਹੁਤ ਭਾਰੀ ਗਲਤੀ ਹੋਈ ਹੈ ਕਿ ਇਹਨਾਂ ਲੋਕਾਂ ਨੂੰ ਮੂਹਰੇ ਲਿਆਂਦਾ, ਭਾਜਪਾ ਨੂੰ ਤਾਕਤ ਫੜਾਈ ਆ, ਵੀ ਮੁਲਕ ਦਾ ਕੀ ਹਾਲ ਕੀਤਾ। ਉਹ ਇੱਥੇ ਤੱਕ ਗੱਲਾਂ ਕਰਦੇ ਪਏ ਨੇ, ਜਿਹਦੇ ਵਿੱਚ ਉਹਨਾਂ ਦੇ ਵਿੱਚ ਮਾੜਾ ਮੋਟਾ ਫਾਟਕ ਜਿਹੜਾ, ਜਾਂ ਕਿਉਂਕਿ ਉਹਨਾਂ ਦਾ ਆਪਣੇ ਅਡਵਾਨੀ ਸਾਹਿਬ ਨੂੰ ਤਾਂ ਪ੍ਰਧਾਨ ਮੰਤਰੀ ਬਣਨ ਦੇ ਚਾਂਸ ਵਿਚਾਰੇ ਜਾਂਦੇ ਲੱਗੇ, ਤਾਂ ਕਰਕੇ ਵੀ ਹੋਰ ਤਕਲੀਫ ਹੋਣੀ ਆ। ਪਰ ਇਹ ਆ ਵੀ ਇਹਨਾਂ ਦੇ ਵਿੱਚ ਕੰਟਰੋਵਰਸੀ ਆ, ਜਿਹੜਾ ਹਾਲਾਤ ਇਹ ਨੇ ਕਿ ਉਹਨਾਂ ਦੇ ਆਪਣੇ ਬੰਦਿਆਂ ਨੂੰ, BJP ਦੇ ਮੈਂਬਰਾਂ ਨੂੰ ਇਹ ਗੱਲਾਂ ਕਰਨੀਆਂ ਪੈ ਰਹੀਆਂ, ਜਾਂ ਉਹਨਾਂ ਨੂੰ ਆਪਣੇ ਮੀਟਿੰਗਾਂ ਤੋੜਨੀਆਂ ਪੈ ਰਹੀਆਂ, ਖੁਦ ਆਪ ਉਹਨਾਂ ਦੇ ਵਿੱਚੋਂ ਇਹ ਹਾਲਤ ਨੇ। ਅਤੇ ਗੱਲਾਂ, ਮਸਲੇ ਤਾਂ ਬਹੁਤ ਨੇ। ਇਹਨਾਂ ਨੇ ਜੋ ਕੁਛ ਲੋਕਾਂ ਦਾ ਹਾਲ ਕੀਤਾ, ਉਹਦਾ ਰਿਜ਼ਲਟਸ ਆਪਣੇ ਸਾਹਮਣੇ ਆਏ ਨੇ। ਮੈਂ ਸਭ ਤੋਂ ਪਹਿਲਾਂ ਗੱਲ, ਜੀ ਚਲੋ ਬੰਗਾਲ ਦੀ ਕਹਾਣੀ ਕਰ ਲੈਂਦੇ ਹਾਂ ਆਪਾਂ, ਕਿ ਹੁਣ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ, ਇਲੈਕਸ਼ਨਾਂ ਨੂੰ ਕਾਮਯਾਬ ਕਰਾਉਣ ਲਈ, ਜਿੱਤਣ ਦੀ ਆਸ਼ਾ ਨਾਲ ਜੋ ਕੁਛ ਇਹਨੇ ਮਤਲਬ ਕਿ ਇੰਡੀਆ ਦੇ ਵਿੱਚ ਮਰਦੇ, ਕੋਵਿਡ ਦੇ ਨਾਲ ਮਰਦੇ ਲੋਕਾਂ ਵੱਲ ਵੀ ਨਹੀਂ ਦੇਖਿਆ, ਅਤੇ ਇਹਨਾਂ ਦੇ ਸਾਰਾ ਲਾਣਾ ਮੋਦੀ ਦਾ ਬੰਗਾਲ ਦੇ ਵਿੱਚ ਜਾ ਕੇ ਬੈਠਿਆ ਸੀ। ਉਸ ਦੇ ਇਲੈਕਸ਼ਨਾਂ ਦਾ ਰਿਜ਼ਲਟ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹ ਆ ਗਿਆ ਸਾਹਮਣੇ, ਕਿ ਉੱਥੇ ਜਿਹੜੀ ਮਮਤਾ ਬੈਨਰਜੀ ਆ, ਉਹ ਲਗਭਗ 214 ਵੋਟਾਂ ਲੈ ਕੇ ਅੱਗੇ ਆ ਗਈ ਆ, ਅਤੇ BJP ਨੂੰ ਮੈਂ ਸ਼ਾਇਦ 77 ਵੋਟਾਂ ਪਈਆਂ ਨੇ। 77। ਹਾਂਜੀ, ਪਰ ਇਹ 'ਚ ਇਹ ਕੋਈ ਸ਼ੱਕ ਨਹੀਂ ਕਿ ਜੇ ਤਾਂ ਉਹਦੇ ਕੋਲ 3-4 ਵੋਟਾਂ ਸੀਟਾਂ ਸੀਗੀਆਂ, BJP ਕੋਲ 77 ਮਿਲ ਗਈਆਂ, ਕਿ ਉਹਦੇ ਨਾਲ ਇੱਕ ਵੱਡੀ ਕਾਮਯਾਬੀ ਆ। ਅਤੇ ਪਰ ਇਹ ਗੱਲ ਦਾ ਵਧੀਆ ਕਿ ਉਹ ਹਾਰ ਗਏ ਨੇ, ਅਤੇ ਉਹਦੇ ਨਾਲ ਉਹਨਾਂ ਦਾ ਜਿਹੜਾ ਲੋਕਾਂ ਨੂੰ ਪ੍ਰੈਸ ਅਤਿਆਚਾਰ ਕਰਨੇ ਦਾ ਉਹ ਘਟੂਗਾ। ਹਾਂਜੀ, ਆਪਣੇ ਕੁਲਵੰਤ ਜੀ। ਹਾਂਜੀ, ਦੇਖੋ ਪਹਿਲਾਂ ਤਾਂ ਇਹ ਆਪਾਂ ਬੰਗਾਲ ਦੇ ਵਿੱਚ ਜਿਹੜੀ ਮਮਤਾ ਬੈਨਰਜੀ ਹੁਣ ਰੀਸੈਂਟਲੀ ਉਹ ਚੋਣਾਂ ਜਿੱਤ ਕੇ ਉਹ ਦੁਬਾਰਾ ਮੁੱਖ ਮੰਤਰੀ ਬਣੇ ਆ। ਦੇਖੋ ਪਹਿਲਾਂ ਤਾਂ ਉਹਨਾਂ ਨੂੰ ਆਪਾਂ ਵਧਾਈ ਦਿੰਦੇ ਹਾਂ। ਸੋ ਵਧਾਈ ਦੇ ਨਾਲ ਨਾਲ ਦੂਸਰੇ ਪਾਸੇ ਜਿਹੜੀ BJP ਗੌਰਮੈਂਟ ਆ, ਜਿਹੜੀ ਹਾਰ ਚੁੱਕੀ ਆ, ਉੱਥੋਂ ਹਾਰੀ ਆ, ਜਿਹੜੀ ਇਹ ਦਾਅਵਾ ਕਰਦੀ ਸੀ ਕਿ ਅਸੀਂ 200+ ਸੀਟਾਂ ਜਿਹੜੀਆਂ ਉਹ ਜਿੱਤਾਂਗੇ। ਦੇਖੋ ਜਿਹੜੀਆਂ ਬੰਗਾਲ ਦੀਆਂ ਸੀਟਾਂ ਆ, ਉਹ ਜਿਹੜੀ ਆਪਣੇ ਜਨਰਲ ਇਲੈਕਸ਼ਨ ਆ, ਉਹਦੀਆਂ ਤਕਰੀਬਨ ਹੈਗੀਆਂ ਆ 200 ਜਿਹੜੀਆਂ 94 ਸੀਟਾਂ ਆ ਟੋਟਲ, ਜੇ ਆਪਾਂ ਗੱਲ ਕਰੀਏ। ਦੇਖੋ 294 ਦੇ ਵਿੱਚੋਂ ਮਮਤਾ ਬੈਨਰਜੀ ਨੇ 200 ਤੇ ਮੇਰੇ ਖਿਆਲ 14 ਜਿਹੜੀਆਂ ਸੀਟਾਂ ਆ ਉਹ ਜਿੱਤ ਲਈਆਂ। ਦੇਖੋ ਉਸ ਜਿੱਤਣ ਦੇ ਨਾਲ ਇਹਨਾਂ ਨੇ ਜਿਹੜੀ ਪ੍ਰੋਪੇਗੈਂਡਾ ਕੀਤਾ, ਚਾਹੇ ਉਹ ਗੋਦੀ ਮੀਡੀਆ ਹੋਵੇ, ਚਾਹੇ ਉਹ ਪੇਪਰ ਮੀਡੀਆ ਹੋਵੇ, ਕਿੱਦਾਂ ਇਹਨਾਂ ਨੇ ਪਹਿਲਾਂ ਲੋਕਾਂ ਨੂੰ ਭਰਮਾਇਆ ਕਿ ਅਸੀਂ 200+ ਅਸੀਂ ਜਿਹੜੀਆਂ ਸੀਟਾਂ ਹੀ ਜਿੱਤਾਂਗੇ। ਲੋਕਾਂ ਨੂੰ ਉਹੀ ਫੇਰ ਰਾਜਨੀਤੀ ਜਿਹੜੀ ਆ ਜਾਤ 'ਤੇ ਜਾਂ ਧਰਮ 'ਤੇ ਫੇਰ ਇਹਨਾਂ ਨੇ ਕਰਨੀ ਚਾਹੀ, ਪਰ ਉਹ ਅਸਫਲ ਰਹੇ। ਪਰ ਇੱਕ ਚੀਜ਼ ਤਾਂ ਇਹ ਪਹੁੰਚੀ ਦੇਖਣ ਨੂੰ ਆਉਂਦੀ ਆ ਵੀ ਜੇ ਪਿਛਲੀ ਵਾਰੀ 2016 ਦੇ ਵਿੱਚ ਜਦੋਂ ਇਲੈਕਸ਼ਨ ਹੋਏ ਸੀਗੇ, ਉਦੋਂ ਮਮਤਾ ਬੈਨਰਜੀ ਕੋਲ 210 ਸੀਟਾਂ ਸੀਗੀਆਂ, ਅਤੇ ਉਹ ਬਹੁਮਤ ਦੇ ਨਾਲ ਉਹਨਾਂ ਨੇ ਆਪਣੀ ਸਰਕਾਰ ਜਿਹੜੀ ਆ ਬਣਾਈ ਸੀਗੀ। ਉਸ ਟਾਈਮ BJP ਕੋਲ ਸਿਰਫ ਤੇ ਸਿਰਫ 3 ਸੀਟਾਂ ਸੀਗੀਆਂ, ਅਤੇ ਜਿਹੜੀਆਂ 3 ਸੀਟਾਂ ਤੋਂ ਇਹਨਾਂ ਨੇ ਹੁਣ ਜਿਹੜੀ ਪ੍ਰਾਪਤੀ ਕੀਤੀ ਆ ਵੀ 77 ਸੀਟਾਂ 'ਤੇ ਇਹ ਆਏ ਆ। ਇਹ ਕਿਉਂ ਆਏ ਆ ਅਤੇ ਕਿਵੇਂ ਆਏ ਆ, ਇਹ ਵੱਡਾ ਜਿਹੜਾ ਮੇਨ ਵਿਸ਼ਾ ਇਹ ਗੱਲ ਆ ਵੀ ਕਿਹੜੀਆਂ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ, ਕਿਹੜੀਆਂ ਇਹਨਾਂ ਨੇ ਦੇਸ਼ ਨੂੰ ਅੱਗੇ ਲਿਜਾਣ ਲਈ ਕਿਹੜੇ ਇਹ ਕੰਮ ਕੀਤੇ ਆ, ਚਾਹੇ ਉਹ
ਬੰਗਾਲ ਦੇ ਵਿੱਚ ਹੋਣ ਚਾਹੇ ਉਹ ਪੂਰੇ ਭਾਰਤ ਦੇ ਵਿੱਚ ਹੋਣ। ਇਹ ਗੱਲ ਤਾਂ ਇਹ ਸੋਚਣ ਵਾਲੀ ਬਣਦੀ ਆ। ਪਹਿਲਾਂ ਆਪਾਂ ਦੇਖਿਆ ਆ ਕਿ CAA ਤੇ NRC ਤੇ ਸਾਰਾ ਬੰਗਾਲ ਤੋਂ ਹੀ ਤਾਂ ਉਹ ਜੰਜਾਲ ਖੜਾ ਹੋਇਆ ਸੀਗਾ, ਰਾਈਟ। ਸੋ ਉੱਥੋਂ ਦੇ ਲੋਕ ਆ ਜਿਹੜੇ, ਉਹਨਾਂ ਨੇ ਉਹ ਕੌਣ ਹੋਣਗੇ ਜਿਨ੍ਹਾਂ ਨੇ 77 ਸੀਟਾਂ ਫੇਰ ਵੀ ਜਿਹੜੀਆਂ BJP ਨੂੰ ਦਿੱਤੀਆਂ। ਜਿਹੜੀ ਇਹ ਗੱਲ ਸੋਚਣ ਲਈ ਆ, ਇਹ ਸਾਡੀ ਚਿੰਤਾ ਦਾ ਵਿਸ਼ਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਨਾ ਕੋਈ ਇਹੋ ਜਿਹਾ ਛੜਯੰਤਰ ਫੇਰ ਇਹ ਰਚਣਗੇ, ਕਿਉਂਕਿ 2024 ਦੀਆਂ ਇਲੈਕਸ਼ਨਾਂ ਆ ਰਹੀਆਂ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਕੁਛ ਨਾ ਕੁਛ ਫੇਰ ਵੀ ਇਹ ਕੁਛ ਨਾ ਕੁਛ ਕਰਨਗੇ। ਹਾਂ, ਤੇ ਅਸਲ ਦੇ ਵਿੱਚ ਕੀ ਆ ਵੀ ਜਿਹੜਾ ਲੋਕਾਂ ਦਾ ਜਿਹੜਾ ਮੂਡ ਆ, ਅੱਜ ਦਾ ਮੂਡ ਆ ਲੋਕਾਂ ਦੀ, ਉਹ ਅੱਜ ਇਹ ਆ ਕਿ ਉਹ BJP ਦੇ ਖਿਲਾਫ ਨੇ, ਜਾਂ ਕਿਸੇ ਹੱਦ ਤੱਕ ਉਹ ਬਿਲਕੁਲ ਨਹੀਂ ਚਾਹੁੰਦੇ ਨੇ। ਇੱਕ ਹਿੱਸਾ ਜਿਹੜਾ ਰਿਜ਼ਲਟਸ ਆਏ ਨੇ ਕੇਰਲਾ ਦੇ ਆਏ ਨੇ ਤੇ ਜਾਂ ਹੋਰ ਨੇ, ਇਹਨਾਂ ਤੋਂ ਇਹ ਨਾਰਾਜ਼ ਨਹੀਂ। ਪਰ ਮੇਰੇ ਦੋਸਤੋ, ਮੇਰੇ ਲੋਕੋ, ਜਿਹੜੀ ਆਪਣੇ ਲਈ ਆ ਕਿ ਅਸੀਂ ਫਿਰ ਕਈ ਵਾਰ ਇਹਨਾਂ ਇਹ ਜਿਹੜੇ ਸਿਆਸੀ ਮਦਾਰੀ ਨੇ ਸਾਨੂੰ ਕਈ ਵਾਰ ਫੇਰ ਭੁਲੇਖਾ ਪਵਾ ਜਾਂਦੇ ਨੇ। ਨਿੱਕੀ ਸਾਨੂੰ ਕਿਤੇ ਬਿਜਲੀ ਫ੍ਰੀ ਕਰਤੀ ਤੇ ਪਾਣੀ ਫ੍ਰੀ ਕਰਤੇ, ਤੇ ਜਾਂ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਥੋੜ੍ਹਾ ਜਿਹਾ ਇਹਨਾਂ ਨੇ ਬੱਚਿਆਂ ਨੂੰ ਕਿਤਾਬਾਂ ਐਕਸਟਰਾ ਦੇ ਦੇਣਗੇ, ਤੇ ਸਾਡੇ ਲੋਕ ਫੇਰ ਭੁਲੇਖੇ ਪੈ ਜਾਂਦੇ ਆ। ਜਾਂ ਤੁਹਾਨੂੰ ਆਟੇ ਦੀਆਂ ਤੇ ਜਾਂ ਕਣਕ ਦਾਲਾਂ ਦੀਆਂ, ਘੇ ਦੀਆਂ, ਇਸ ਤਰ੍ਹਾਂ ਦੀਆਂ ਤੁਹਾਨੂੰ ਇਹ ਫ੍ਰੀ ਦਾਨ ਦੇ ਕੇ ਕਈ ਵਾਰ ਭੁਚਲਾ ਜਾਂਦੇ ਆ। ਪਰ ਸਾਨੂੰ ਵੱਡੀ ਸੋਚ ਰੱਖਣੀ ਚਾਹੀਦੀ ਆ। ਸਾਨੂੰ ਚੰਗੀ ਜ਼ਿੰਦਗੀ ਚਾਹੀਦੀ ਆ, ਸਾਨੂੰ ਜੀਉਣ ਜੋਗੇ ਹੱਕ ਚਾਹੀਦੇ ਨੇ। ਸਾਡੇ ਬੱਚਿਆਂ ਲਈ, ਸਾਡੇ ਲਈ ਚੰਗੇ ਪੜ੍ਹਾਈ, ਚੰਗੀ ਹੈਲਥ, ਚੰਗੀ ਪੈਨਸ਼ਨਾਂ, ਸਭ ਕੁਛ ਸਾਡੇ ਲਈ ਚਾਹੀਦਾ। ਸਾਨੂੰ ਇਹ ਗੱਲਾਂ ਮੁੱਖ 'ਚ ਰੱਖ ਕੇ ਚੱਲਣੀ ਚਾਹੀਦੀਆਂ। ਦੋਸਤੋ, ਆਪਣੇ ਆਪਾਂ ਕਈ ਵਾਰ ਗੱਲ ਕਰਦੇ ਹਾਂ ਜਿਹੜਾ ਵੀ ਕੁਝ ਕੁ ਲੋਕ ਜਿਹੜੇ ਆਪਣੇ ਸਿਆਸੀ ਮੰਤਵਾਂ ਲਈ ਧਰਮ ਦਾ ਇਸਤੇਮਾਲ ਕਰਦੇ ਨੇ, ਤੇ ਉਸ ਤੋਂ ਮਗਰੋਂ ਫਿਰ ਉਹ ਕੀ ਹੁੰਦਾ, ਬੇਅਦਬੀ ਦੇ ਤਾਂ ਹੋਰ ਕਈ ਕਿਸਮ ਦੇ ਗੱਲਾਂ ਨਿਕਲਦੀਆਂ ਵਿੱਚੋਂ, ਜਿਹੜੀਆਂ ਆਮ ਲੋਕਾਂ ਨੂੰ ਭੁਗਤਣੀਆਂ ਪੈਂਦੀਆਂ। ਉਹ ਜਿਹੜੀਆਂ ਗੱਲਾਂ ਦਾ ਕੋਈ ਉਹਨਾਂ ਨਾਲ ਰਿਲੇਸ਼ਨ ਨਹੀਂ ਆਮ ਲੋਕਾਂ ਦਾ, ਉਹਨਾਂ ਨੂੰ ਉਹ ਗੱਲਾਂ ਦੇ ਵਿੱਚ ਉਲਝਾ ਲਿਆ ਜਾਂਦਾ, ਤੇ ਜਿਹੜੀ ਅਸਲੀ ਮੁੱਦਾ ਹੁੰਦਾ ਮੌਜੂਦਾ ਕੋਈ ਵੀ, ਉਸ ਨੂੰ ਉਲਝਾ ਦਿੱਤਾ ਜਾਂਦਾ। ਇਸੇ ਤਰ੍ਹਾਂ ਇੱਕ ਮੈਂ ਇੰਟਰਵਿਊ ਦੇਖਦਾ ਪਿਆ ਸੀ, ਇੱਕ ਦੀਪ ਸਿੱਧੂ, ਇੱਕ ਜਿਹੜਾ ਆਪਣੇ ਤੁਹਾਡੇ ਵਿੱਚੋਂ ਬਹੁਤਾਂ ਨੂੰ ਪਤਾ ਹੋਊਗਾ ਕਿ ਜਿਸ ਦੇ ਉੱਤੇ 26 ਜਨਵਰੀ ਦੇ ਉੱਤੇ ਜਿਹੜੇ ਝੰਡਾ ਚਲਾਉਣ ਦੇ ਇਲਜ਼ਾਮ ਨੇ ਜਾਂ ਹੋਰ ਨੇ ਚਲਾਇਆ ਜਾਂ ਨਹੀਂ, ਤਾਂ ਉਹ ਸਾਰਾ ਕੁਛ ਹੈਗਾ ਆ, ਤੇ ਉਹਨੂੰ ਅਰੈਸਟ ਕਰ ਦਿੱਤਾ ਸੀ। ਉਹਦੀ ਇੰਟਰਵਿਊ ਲਈ ਗਈ ਆ, ਤੇ ਉਹਦੇ ਵਿੱਚ ਜਿਹੜੇ ਲੋਕ ਇੰਟਰਵਿਊ ਲੈ ਰਹੇ ਨੇ ਉਹ ਅਲੱਗ ਸਟੇਟ ਖਾਲਿਸਤਾਨ ਦੀਆਂ ਗੱਲਾਂ ਵਾਲੇ ਬੋਲਦੇ ਗੱਲਾਂ ਕਰਦੇ ਸੀ ਉਹਨਾਂ ਦੇ ਪੱਖੋਂ, ਕਿਉਂਕਿ ਜਿਹੜੀ ਉਹਨੇ ਝੰਡਾ ਚਲਾਉਣ ਦੀ ਹਰਕਤ ਵੀ ਕੀਤੀ ਸੀ, ਉਹਦੇ ਪਿੱਛੇ $2.5 ਲੱਖ ਦਾ ਇਨਾਮ ਜਿਹੜਾ ਪੰਨੂ ਨੇ ਰੱਖਿਆ ਸੀ, ਉਹ ਸਾਰਾ ਕੁਝ ਸੀਗਾ। ਜਿਹੜਾ ਦੀਪ ਸਿੱਧੂ ਆ, ਉਹ ਕਹਿੰਦਾ ਕਿ ਉਹ ਇੰਟਰਵਿਊ ਦੇ ਵਿੱਚ ਕਿ ਜਿਹੜੀ ਕਿਸਾਨੀ ਲੀਡਰਸ਼ਿਪ ਆ ਉਹਨੂੰ ਰਹਿਨੁਮਾਈ ਕਰਨੀ ਨਹੀਂ ਆਈ। ਮੇਰੇ ਦਰਸ਼ਕੋ, ਮੇਰੇ ਦੋਸਤੋ, ਤੁਸੀਂ ਖੁਦ ਦੇਖਦੇ ਹੋਵੋਗੇ ਕਿ ਉਹ ਜਿਹੜੇ ਲੋਕ ਜਿਹਨਾਂ ਨੇ ਪੰਜਾਬ ਦੇ ਵਿੱਚ ਇੰਨੇ, ਮੈਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਇੰਨੀਆਂ ਜਿੱਤਾਂ ਜਿੱਤੀਆਂ, ਤੇ ਇੱਥੇ ਘੋਲ ਨੂੰ ਪੰਜਾਬ ਦੇ ਵਿੱਚ 3 ਮਹੀਨੇ ਟ੍ਰੇਨਾਂ ਬੰਦ ਰੱਖੀਆਂ, ਘੋਲ ਇੱਥੇ ਬਾਰਡਰ 'ਤੇ ਲਿਆਂਦਾ, ਇੱਥੇ ਲੋਕਾਂ ਦੇ ਸਰਕਾਰ ਨੂੰ ਝੁਕਾਇਆ, ਤੇ ਉਹ ਮੀਟਿੰਗਾਂ ਤੱਕ ਆਉਂਦੇ ਰਹੇ, ਤੇ ਉਹ ਕੀ ਉਹ ਰਹਿਨੁਮਾਈ ਕਰਨ ਜੋਗੇ ਨਹੀਂ ਸੀਗੇ? ਤੇ ਤੁਸੀਂ ਰਹਿਨੁਮਾਈ ਕੀਤੀ ਉਸ ਗਰੁੱਪ ਦੀ ਜਿਹਨੇ 26 ਜਨਵਰੀ ਆ ਕੇ ਆ ਚੰਨ ਚਾੜਿਆ, ਤੇ ਇਹਦਾ ਭੁਗਤਾਨ ਅੱਜ ਸਾਰਾ ਉਹ ਅੰਦੋਲਨ ਕਰ ਰਿਹਾ। ਤੇ ਇਹ ਸਾਰਾ ਕੁਛ ਕੀ ਆ? ਸਿੱਧੂ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਆ, ਤੇ ਹੁਣ ਮੈਂ ਸੁਧਾਰ ਕਰ ਲਿਆ, ਮੈਂ 6 ਮਹੀਨਿਆਂ ਦੇ ਵਿੱਚ ਬਹੁਤ ਕੁਝ ਸਿੱਖ ਲਿਆ। ਆਪਣੇ ਆਪ ਦਾ ਦੱਸਦਾ ਵੀ 6 ਮਹੀਨਿਆਂ 'ਚ ਬਹੁਤ ਕੁਝ ਸਿੱਖ ਲਿਆ, ਪਰ ਜਿਹੜੇ ਉਹ 60-68 ਸਾਲਾਂ ਦੇ, 40-40 ਸਾਲਾਂ ਦੇ ਇਸ ਘੋਲਾਂ 'ਚ ਪਏ ਨੇ, ਲੋਕਾਂ ਦੇ ਹੱਕਾਂ ਲਈ ਲੜਦੇ ਨੇ, ਉਹਨਾਂ ਬਾਰੇ ਉਸਦੇ ਕੋਈ ਖਿਆਲ ਨਹੀਂ ਉਸਦਾ ਹੈਗਾ। ਤੇ ਉਹ ਲੋਕ ਜਿਹੜੇ ਆਪਣੇ ਸਿਆਸੀ ਮੰਤਵਾਂ ਲਈ ਸਿੱਧੂ ਵਰਗਿਆਂ ਨੂੰ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਕਰਦੇ ਨੇ ਗਲਤ ਹਰਕਤਾਂ, ਉਹਨਾਂ ਨੂੰ ਵਰਤਦੇ ਉਹ ਵੀ ਨਾਲ ਇੱਕ ਨਾ ਇੱਕ ਦਿਨ ਇਸ ਜ਼ਿੰਮੇਵਾਰੀ ਤੋਂ ਉਹ ਜੋ ਗਲਤ ਕੰਮ ਹੋ ਰਿਹਾ ਉਹਦੇ ਲਈ ਜ਼ਿੰਮੇਵਾਰ ਹੋਣਗੇ। ਇਹ ਉਹਨਾਂ ਨੂੰ ਅੱਜ ਦੱਸਿਆ, ਮਤਲਬ ਕਿ ਇਹ ਪੜ੍ਹ ਲੈਣਾ ਦਾ ਲਿਖਿਆ ਪੜ੍ਹ ਲੈਣਾ ਚਾਹੀਦਾ ਉਹਨਾਂ ਨੂੰ, ਇਹ ਉਹਨੂੰ ਇੱਕਦਮ ਆਊਗਾ ਸਾਹਮਣੇ ਉਹਨਾਂ ਦੇ ਗੱਲਾਂ। ਇੰਟਰਵਿਊ ਦੇ ਵਿੱਚ ਈਵਨ ਉਹਨਾਂ ਦੀ ਦੀਪ ਸਿੱਧੂ ਦੀ ਅੰਬੇਦਕਰ ਜੀ ਨਾਲ ਵੀ ਉਹਨਾਂ ਨੇ ਤੁਲਨਾ ਕਰ ਦਿੱਤੀ ਆ। ਅਖੇ ਉਹ ਕਹਿੰਦਾ ਵੀ ਅੰਬੇਦਕਰ ਜੀ ਨੂੰ ਵੀ ਗੋਲ ਮੇਜ਼ ਕਾਨਫਰੰਸ ਦੇ ਵਿੱਚ ਲੀਡਰਸ਼ਿਪ ਦਾ ਗਾਂਧੀ ਦਾ ਵਿਰੋਧ ਕਰਨਾ ਪਿਆ। ਗਾਂਧੀ ਤਾਂ ਜੀ ਉਸ ਟਾਈਮ ਦੇ ਵਿੱਚ ਗੋਰਿਆਂ ਦਾ ਰਿਪਰੈਜ਼ੈਂਟੇਟਿਵ ਸੀ, ਉਹਨੇ ਉਹਨਾਂ ਦੀ ਗੱਲ ਕੀਤੀ ਹੈ ਬਹੁਤੀ।
ਸਾਡੇ ਲੋਕਾਂ ਦੀ ਗੱਲ ਨਹੀਂ ਕੀਤੀ ਗੋਲ ਮੇਜ਼ ਕਰਨ ਵਾਸਤੇ ਜਾਂ ਹੋਰ ਦੇ। ਤੇ ਸਿੱਧੂ ਜੀ ਜਿੱਥੇ ਗੱਲਾਂ ਤੁਹਾਡੀਆਂ ਫੋਟੋਆਂ ਜਾਂ ਸਾਰਾ ਕੁਝ ਉਹ ਤੁਹਾਡਾ ਸਾਹਮਣੇ ਆਇਆ ਜਿਹੜਾ ਅਮਿਤ ਸ਼ਾਹ ਨਾਲ ਜਾਂ ਹੋ ਰਿਹਾ, ਤੇ ਜਾਂ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਜੋ ਹਿੱਸਾ ਤੁਸੀਂ ਲਿਆ ਦਿਓਲ ਦੇ ਨਾਲ, ਉਹਨਾਂ ਗੱਲਾਂ ਤੋਂ ਤਾਂ ਇਹ ਸਾਫ਼ ਪਤਾ ਲੱਗਦਾ ਕਿ ਤੁਸੀਂ ਬੀਜੇਪੀ ਦੀ ਸਪੋਰਟ ਕਰਦੇ ਰਹੇ ਹੋ। ਤੇ ਹੋ ਸਕਦਾ ਹੁਣ ਤੁਹਾਡਾ ਸ਼ਾਇਦ ਮਾਈਂਡ ਚੇਂਜ ਹੋ ਗਿਆ ਹੋਵੇ ਤੇ ਆ ਲੋਕਾਂ ਨੇ ਚੇਂਜ ਕਰ ਦਿੱਤਾ ਫੜ ਕੇ, ਤੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਘੋਲ ਇਕੱਠੇ ਹੋ ਕੇ ਲੜਨਾ ਚਾਹੀਦਾ। ਯੈਸ, ਬਹੁਤ ਵਧੀਆ ਗੱਲ ਹੈ ਕਿ ਲੜਨਾ ਚਾਹੀਦਾ, ਪਰ ਜਿਨ੍ਹਾਂ ਨੇ ਹੱਥ ਜਲਾਏ ਨੇ ਤੁਹਾਡੇ ਕੋਲੋਂ, ਜਿਨ੍ਹਾਂ ਨੇ ਜੋ ਕੁਛ ਘੋਲ ਦਾ ਹਾ, ਉਹ ਸ਼ਾਇਦ ਤੁਹਾਨੂੰ ਨੇੜੇ ਨਾ ਲੱਗਣ ਦੇਣਗੇ। ਇਹ ਲੋਕ ਜਿਨ੍ਹਾਂ ਨੂੰ ਕੁਛ ਵੀ ਨਹੀਂ ਪਤਾ ਸਿਆਸਤ ਦਾ, ਉਹ ਲੋਕ ਵੀ ਉਸ ਦੇ ਵਿੱਚ ਇਸ ਟਾਈਮ ਆਪਣਾ ਬਗਦੀ ਜੰਗਲ ਹੱਥ ਧੋਣ ਲੱਗੇ ਨੇ। ਤੇ ਇੰਗਲੈਂਡ ਦੇ ਵਿੱਚ ਖਾਸ ਕਰਕੇ ਜਿਹੜੇ TV ਨੇ ਕਈ, ਉਹ ਆਪਣੇ ਸਿਆਸੀ ਮੰਤਵਾਂ ਲਈ ਧਰਮ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੂਰਾ ਨਜਾਇਜ਼ ਫਾਇਦਾ ਲੈ ਰਹੇ ਨੇ। ਤੇ ਮੈਂ ਇਹ ਕਹਾਂਗਾ ਲੋਕੋ, ਮੇਰੇ ਦੋਸਤੋ, ਮੇਰੇ ਵੀਰੋ, ਮੇਰੇ ਭੈਣੋ, ਧਿਆਨ ਨਾਲ ਦੇਖਿਆ ਕਰੋ, ਹਰੇਕ ਚੀਜ਼ ਸੁਣਦੇ ਹੋ, ਪੜ੍ਹੋ, ਧਿਆਨ ਨਾਲ ਸੁਣੋ, ਫਿਰ ਜਾ ਕੇ ਆਪਾਂ ਨੂੰ ਗੱਲ ਪਤਾ ਲੱਗਣੀ ਆ ਕਿਉਂ ਸਾਡੇ ਅਸੀਂ ਲੋਕ ਗਰੀਬ ਹੈਗੇ ਆ। ਤੇ ਆਪਣੇ ਤੁਸੀਂ ਕੁਲਵੰਤ ਜੀ ਉਹ ਪੰਚਾਇਤੀ ਚੋਣਾਂ ਵੀ ਹੋਈਆਂ, ਮੈਂ UP ਦੇ ਵਿੱਚ ਹੋਈਆਂ, ਤੇ ਉੱਥੇ ਦੀ ਗੱਲ ਹਾਂਜੀ ਕਰੋਗੇ ਜਾਂ? ਹਾਂਜੀ ਬਿਲਕੁਲ ਜੀ। ਦੇਖੋ ਪੰਚਾਇਤੀ ਚੋਣਾਂ ਜਿਹੜੀਆਂ ਆ ਉਹ UP ਦੇ ਵਿੱਚ ਹੁਣ ਹੋ ਕੇ ਹਟੀਆਂ, ਹਜੇ ਹੋ ਰਹੀਆਂ ਹੋਣੀਆਂ ਮੇਰੇ ਖਿਆਲ। ਸੋ ਪੰਚਾਇਤਾਂ ਦੀਆਂ ਚੋਣਾਂ ਮੇਰੇ ਖਿਆਲ ਮੁਕੰਮਲ ਹੋ ਜ਼ਿਲ੍ਹਾ ਪੰਚਾਇਤਾਂ ਦੀਆਂ। ਹਾਂਜੀ, ਦੇਖੋ ਉਹਦੇ ਵਿੱਚ ਕੀ ਆ, BJP ਆ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਹਾਰੀ ਆ। ਤਕਰੀਬਨ ਆਮ ਆਦਮੀ ਪਾਰਟੀ ਵੀ ਮੋਹਰੇ ਉੱਭਰ ਕੇ ਆਈ ਆ, BSP ਜਿਹੜੀ ਪਾਰਟੀ ਆ ਉਹ ਕਾਫੀ ਉੱਭਰ ਕੇ ਆਈ ਆ ਸਾਹਮਣੇ ਲੋਕਾਂ ਦੇ, ਰਾਈਟ। ਕਿਉਂਕਿ ਅਸਲ ਦੇ ਵਿੱਚ ਇਹ ਗੱਲ ਹੈ, ਦੇਖੋ ਭਾਣ ਜੀ, ਵੀ ਜਿਹੜੀ BJP ਗੌਰਮੈਂਟ ਆ, BJP ਤੋਂ ਲੋਕ ਅੱਕੇ ਪਏ ਆ, ਦੁਖੀ ਹੋਏ ਪਏ ਆ। ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਹੈਗਾ ਕਿ ਇਹਨਾਂ ਨੇ ਆਵਾਮ ਦੇ ਲਈ, ਲੋਕਾਂ ਦੇ ਲਈ, ਕੋਈ ਲੋਕਾਂ ਦੇ ਭਲੇ ਲਈ ਕੋਈ ਕੀਤਾ ਹੋਵੇ ਅੱਜ ਤੱਕ, ਰਾਈਟ। ਚਾਹੇ ਉਹ ਆਪਾਂ CAA ਦੀ ਗੱਲ ਕਰੀਏ, NRC ਦੀ ਗੱਲ ਕਰੀਏ ਉਸ ਟਾਈਮ ਦੀ, ਚਾਹੇ ਉਸ ਤੋਂ ਬਾਅਦ, ਉਸ ਤੋਂ ਪਹਿਲਾਂ ਦੀਆਂ, ਚਾਹੇ ਉਹ ਨੋਟਬੰਦੀ ਦੀ ਗੱਲ ਕਰੀਏ, ਕਿੱਦਾਂ ਬੈਂਕਾਂ ਦੇ ਬਾਹਰ ਲੋਕਾਂ ਨੂੰ ਲਾਈਨਾਂ ਲਵਾ ਕੇ ਤਾਂ ਕਿੱਦਾਂ ਉਹ ਪੈਸਾ ਜਿਹੜਾ ਇਕੱਠਾ ਕਰਕੇ ਤਾਂ ਉਹ ਨੀਲ ਮੋਦੀ ਵਰਗੇ ਜਾਂ ਹੋਰ ਜਿਹੜੇ ਸੀਗੇ ਸਾਰੇ ਕਿੱਦਾਂ ਬਾਹਰ ਹੋ ਬੈਠੇ ਇੱਥੇ ਇੰਗਲੈਂਡ ਦੇ ਵਿੱਚ ਆ ਕੇ। ਹੋਰ ਦੇਖ ਲਓ ਜਿੰਨੇ ਵੀ, ਚਾਹੇ ਉਹ ਆਪਣੇ ਜਿਹੜੇ 370 ਆ ਉਹ ਖਤਮ ਕੀਤੀ ਆ ਕਸ਼ਮੀਰ ਦੇ ਵਿੱਚ, ਜਿਹੜੀ ਬਹੁਤ ਸਾਰੇ ਇਹੋ ਜਿਹੇ ਕੰਮ ਆ ਜਿਹੜੇ ਆਵਾਮ ਦੇ ਖਿਲਾਫ ਹੋਏ ਆ, ਇਹਨਾਂ ਦੀ ਗੌਰਮੈਂਟ ਦੇ ਵਿੱਚ ਜਿਹੜੇ ਲੋਕਾਂ ਦੇ ਖਿਲਾਫ ਹੋਏ ਆ। ਸੋ ਲੋਕਾਂ ਇਹਦੇ ਖਿਲਾਫ ਹੋਣ ਦੇ ਕਾਰਨ, ਚਾਹੇ ਉਹ ਕਿਸਾਨੀ ਅੰਦੋਲਨ ਤੁਸੀਂ ਦੇਖ ਲਓ, ਕਿਸਾਨੀ ਅੰਦੋਲਨ ਅੱਜ ਕਿੱਥੇ ਖੜਾ ਆ, ਲੋਕ ਲਾਮਬੰਦ ਹੋਏ ਆ। ਲੋਕਾਂ ਨੂੰ ਇੱਕ ਗੱਲ ਤਾਂ ਹੈ ਵੀ ਇਸ ਗੌਰਮੈਂਟ ਨੇ ਲੋਕਾਂ 'ਚ ਜਾਗਰਤੀ ਵੀ ਪੈਦਾ ਕੀਤੀ ਆ ਫਿਰ, ਕਿਉਂਕਿ ਜਾਗਰਤੀ ਆਉਣ ਦੇ ਨਾਲ ਲੋਕ ਲਾਮਬੰਦ ਹੋਏ ਆ। ਲਾਮਬੰਦ ਹੋ ਕੇ ਤਾਂ ਲੋਕ ਫਿਰ ਆਪਣੇ ਹੱਕਾਂ ਦੀ ਲੜਨ ਲਈ ਆਪਣੇ ਅੱਜ ਸੜਕਾਂ 'ਤੇ ਬੈਠੇ ਆ ਨਾ। ਦੇਖੋ ਕਰੋਨਾ ਭਾਵੇਂ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਆ ਇੰਡੀਆ ਦੇ ਵਿੱਚ ਉਹ ਮਾਰ ਕਰ ਰਿਹਾ ਆ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਜਥੇਬੰਦੀਆਂ ਜਾਂ ਇਹ ਜਿਹੜੇ ਕਿਸਾਨ ਆ ਉਹ ਇਸ ਗੱਲ ਲਈ ਵਚਨਬੱਧ ਆ ਕਿ ਸਾਡੇ ਲਈ ਤਾਂ ਹਰ ਪਾਸੇ ਮੌਤ ਆ। ਹਾਂਜੀ, ਆਪਣੇ ਐਕਚੁਅਲੀ ਜਿਹੜਾ UP ਦੇ ਵਿੱਚ ਜੋ ਪੰਚਾਇਤੀ ਚੋਣਾਂ ਦਾ ਰਿਜ਼ਲਟ ਆਇਆ, ਉਹਦੇ ਵਿੱਚ ਜੋ ਦੇਖਦੇ ਆ, ਉਹਦੇ ਵਿੱਚ ਬਸਪਾ ਬਹੁਜਨ ਸਮਾਜ ਪਾਰਟੀ ਨੂੰ 13 ਸੀਟਾਂ ਮਿਲੀਆਂ ਨੇ, ਤੇ ਮੇਰਾ ਖਿਆਲ ਆ ਵੀ 11 ਸਮਾਜਵਾਦੀ ਪਾਰਟੀ ਨੂੰ ਮਿਲੀਆਂ ਨੇ, ਤੇ ਭੀਮ ਇੱਕ ਬਸ, ਹਾਂਜੀ, ਤੇ ਇਸੇ ਤਰ੍ਹਾਂ ਭੀਮ ਆਰਮੀ ਵਾਲਿਆਂ ਨੂੰ ਮਿਲੀਆਂ, ਜਿਹੜਾ ਕਿ ਇੱਕ ਬਹੁਤ ਵੱਡਾ ਸੰਕੇਤ ਆ ਕਿ ਉੱਥੇ ਜਿਹੜੇ ਸਾਡੇ ਦੱਬੇ ਕੁਚਲੇ ਲੋਕ ਨੇ ਉਹਨਾਂ ਨੂੰ ਵੋਟਾਂ ਮਿਲੀਆਂ ਤੇ ਉਹ ਖੜੇ ਹੋਏ ਨੇ। ਸਭ ਤੋਂ ਵੱਡੀ ਗੱਲ ਉਹ ਖੜੇ ਹੋਏ ਨੇ, ਹੁਣ ਆਪਣੇ ਹੱਕਾਂ ਦਾ ਮਹਿਸੂਸ ਹੈ, ਲੜਨੇ ਦਾ ਪਤਾ ਲੱਗਿਆ, ਤੇ ਜਿਹੜੇ ਕਿ ਚੰਗੀ ਸ਼ੁਭ ਸ਼ੁਰੂਆਤ ਹੈ। ਹਾਂਜੀ, ਕਾਲ, ਹਾਂਜੀ, ਹੈਲੋ, ਹਾਂਜੀ, ਹੈਲੋ, ਮੈਂ ਮੁਹੰਮਦ ਇਜਾਜ਼ ਬੋਲ ਰਿਹਾ। ਮੈਂ ਖਬਰਾਂ 'ਚ ਵੀ ਸੁਣ ਰਿਹਾ ਤੇ ਤੁਹਾਡੇ ਕਮੈਂਟਸ ਵੀ ਸੁਣ ਰਹੇ ਨੇ। ਹਾਂਜੀ, ਜੀ ਆਇਆਂ ਨੂੰ ਮੁਹੰਮਦ ਜੀ, ਤੁਹਾਡਾ ਠੀਕ ਹੈ ਜੀ। ਦੇਖੋ ਇੰਡੀਆ 'ਚ ਇੰਨੀ ਸਿਚੁਏਸ਼ਨ ਸੀਰੀਅਸ ਹੈ ਕਰੋਨਾ ਦੀ ਵਜ੍ਹਾ ਨਾਲ। ਹੁਣ ਸਾਰੇ ਮੁਲਕ ਏਡ ਦੇ ਰਹੇ ਨੇ, ਬਰਤਾਨੀਆ, ਚਾਈਨਾ ਦੇ ਨਾਲ ਇੰਡੀਆ ਦੇ ਇੰਨੇ ਡਿਫਰੈਂਸ ਨੇ, ਲੇਕਿਨ ਚਾਈਨਾ ਵੀ ਵੈਕਸੀਨੇਸ਼ਨ ਭੇਜ ਰਿਹਾ ਹੈ। ਪਾਕਿਸਤਾਨ ਦੇ ਨਾਲ ਸ਼ੁਰੂ ਦਿਨ ਤੋਂ ਕਸ਼ਮੀਰ ਦਾ ਮਸਲੇ ਤੇ ਡਿਫਰੈਂਸਿਸ ਰਹੇ ਨੇ, ਲੇਕਿਨ ਪਾਕਿਸਤਾਨ ਨੇ ਹੈਲਪ ਦੀ ਆਫਰ ਕੀਤੀ ਹੈ ਜਿੱਥੋਂ ਤੱਕ ਹੋ ਸਕਿਆ। ਤੇ ਵੈ ਮਤਲਬ ਹੈ ਅਗਰ ਇਹ ਸਾਰੀ ਹੈਲਪ ਨੂੰ ਅਗਰ ਸਹੀ ਤਰ੍ਹਾਂ ਯੂਟੀਲਾਈਜ਼ ਕੀਤਾ ਜਾਏ ਤੇ ਮੇਰਾ ਖਿਆਲ ਹੈ ਇੰਡੀਆ ਦੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਜਾ ਸਕਦਾ ਹੈ। ਇਹਦੇ 'ਚ ਮੈਂ ਸਮਝਦਾ ਕਿ ਗੌਰਮੈਂਟ ਆਫ ਇੰਡੀਆ ਦੀ ਕੁਛ ਲੈਕ ਆਫ ਕੰਪੀਟੈਂਸ ਹੈ, ਕਿ ਇਨਕੰਪੀਟੈਂਟ ਨੇ, ਕਿ ਉਹ ਜਿਹੜੀ ਫੋਰਨ ਏਡ ਹੈ ਉਹਨੂੰ ਸਹੀ ਤਰ੍ਹਾਂ ਯੂਟੀਲਾਈਜ਼ ਕਰਨ। ਤੇ ਮੈਂ ਕਹਿੰਦਾ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਕੀਤੀ ਜਾ ਸਕਦੀ ਹੈ।
ਤੇ ਬੜਾ ਦੁੱਖ ਹੁੰਦਾ ਹੈ ਇਨਸਾਨੀਅਤ ਦੇ ਨਾਤੇ ਕਿ ਇੰਡੀਆ ਦੇ ਹਾਲਾਤ ਇੰਨੇ ਖਰਾਬ ਨੇ ਕਿ ਤੁਹਾਡੀ ਚੈਨਲ ਤੇ ਵੀ ਮੈਂ ਸੁਣਿਆ, ਹੋਰ ਵੀ ਇੰਗਲਿਸ਼ ਖਬਰਾਂ 'ਚ ਵੀ ਮੈਂ ਸੁਣਿਆ, ਤੇ ਕਾਬੂ ਪਾਇਆ ਜਾ ਸਕਦਾ ਅਗਰ ਸਾਰੀ ਫੋਰਨ ਏਡ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾਏ। ਮਿਹਰਬਾਨੀ ਮੁਹੰਮਦ ਸਾਹਿਬ ਥੋੜ੍ਹਾ ਬਹੁਤ। ਐਕਚੁਅਲੀ ਮੁਹੰਮਦ ਜੀ ਗੱਲ ਇਹ ਆ ਵੀ ਜਿਹੜੀਆਂ ਸਰਕਾਰਾਂ ਨੇ ਨਾ ਜਿਹੇ ਲੋਕਾਂ ਨੂੰ ਪਾੜ ਕੇ ਰੱਖਣਾ ਚਾਹੁੰਦੀਆਂ, ਜਦੋਂ ਅਗਰ ਪਿਛਲੇ ਹਫ਼ਤੇ ਗੱਲ ਕੀਤੀ ਕਿ ਜਦੋਂ ਪਾਕਿਸਤਾਨ ਮਾੜੀ ਜੀ ਕੋਈ ਗੱਲ ਕਰਦਾ ਤੇ ਸਾਰਾ ਦਿਨ ਉਸ ਇਸ਼ੂ ਦੇ ਉੱਤੇ ਉੱਥੇ ਦਹਿਸ਼ਤਗਰਦ ਆ ਗਏ ਤਾਂ ਫਲਾਣਾ ਹੋ ਗਿਆ, ਪਾਕਿਸਤਾਨ ਨੇ ਭੇਜੇ ਨੇ, ਉਹ 3-3 ਘੰਟੇ ਡਿਸਕਸ਼ਨਾਂ ਹੁੰਦੀਆਂ, ਸਾਰਾ ਦਿਨ ਹੁੰਦੀਆਂ। ਪਰ ਜਦੋਂ ਪਾਕਿਸਤਾਨ ਨੇ ਕਿਹਾ ਕਿ ਭਾਈ ਸਾਡੇ ਅਸੀਂ ਵੀ ਤੁਹਾਡੇ ਜੇ ਚਾਹੋ ਤਾਂ ਮਦਦ ਕਰ ਸਕਦੇ ਹਾਂ, ਇਹ ਗੱਲ ਉਹਨਾਂ ਨੇ ਬਿਲਕੁਲ ਨਹੀਂ ਲਿਆਂਦੀ। ਜਾਂ ਹੋਰ ਕਈ ਤਰ੍ਹਾਂ ਗੱਲਾਂ ਕਰਦੇ ਨੇ। ਇਹ ਬੇਸ਼ੱਕ ਗੌਰਮੈਂਟਾਂ ਦੋਏ ਨੇ ਇਹ ਜਿਵੇਂ ਖੇਡਦੀਆਂ ਨੇ ਇੱਕ ਦੂਸਰੇ ਨਾਲ, ਤੇ ਇਹਦੇ 'ਚ ਸਾਨੂੰ ਸਮਝਣਾ ਪਊਗਾ। ਮਿਹਰਬਾਨੀ ਥੋੜ੍ਹੀ ਜੀ। ਹਾਂਜੀ, ਆਪਣੇ ਦੂਜੀ ਗੱਲ ਸੀ ਕਿ ਅਸਲ ਦੇ ਵਿੱਚ ਜਿਹੜੀ ਮੈਂ ਹਾਂਜੀ ਕਾਲ ਹਾਂਜੀ ਮੈਂ ਬੋਲਦਾ ਜੀ। ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿੱਦਾਂ ਗੱਲਾਂ ਤੁਸੀਂ ਵੀ ਕਰਦੇ ਅਸੀਂ ਵੀ ਕਰਦੇ ਆ ਵੀ ਜਨਤਾ ਨੂੰ ਵੰਡੋ ਨਾ। ਹਾਂਜੀ, ਤੁਸੀਂ ਵੀ ਸਾਰੇ ਆਪਾਂ ਭਰਾ ਆ। ਕੋਈ ਹਾਂ ਕਾਮਰੇਡ ਹੈਗੇ ਤਾਂ ਹੈ ਕਈ ਵਿੱਚ, ਪਰ ਕਾਮਰੇਡ ਵੀ ਚੰਗੇ ਆ ਵਿੱਚੋਂ, ਸਾਰੇ ਇੱਕੋ ਜਿਹੇ ਨਹੀਂ। ਇਸ ਕਰਕੇ ਜਨਤਾ ਨੂੰ ਇਕੱਠੀ ਕਰੋ, ਜਿੰਨੇ ਵੀ ਤੁਸੀਂ ਏਸ਼ੀਅਨ ਇੰਡੀਆ ਦੇ ਹੈਗੇ ਆ ਜਾਂ ਪੰਜਾਬ ਦੇ ਹੈਗੇ ਆ ਕਿ ਯੂਪੀ ਦੇ ਵੀ ਆ, ਕਿਤੇ ਦੇ ਵੀ ਆ, ਤੁਸੀਂ ਵੰਡੋ ਨਾ। ਇਹ ਨਾ ਕਹੋ ਅਸੀਂ ਜੁਦੇ ਆ, ਅਸੀਂ ਉਹ ਜੁਦੇ ਆ ਜਾਂ ਕੌਣ ਜੁਦੇ ਆ, ਇਹਨਾਂ ਨੂੰ ਨਾ ਵੰਡੋ। ਤੁਸੀਂ ਆਪ ਸਾਰੇ ਕਦੋਂ ਅਜੇ ਹੀ ਆਪਾਂ ਨੂੰ ਕੁਝ ਮਿਲੂਗਾ ਜੀ। ਹਾਂਜੀ, ਆਪਾਂ ਕਦੋਂ ਕੀਤੀ ਗੱਲ, ਅਸੀਂ ਵੰਡਣ ਦੀ ਗੱਲ ਕਦੋਂ ਕੀਤੀ ਹੈ ਜੀ? ਉਹ ਮੁੰਡਾ ਸਿੰਘ ਆ, ਪਤਾ ਨਹੀਂ ਬੰਦਾ, ਮੈਨੂੰ ਉਦਾਂ ਵੀ ਰੌਲਾ ਤਾਂ ਪੈਂਦਾ ਹੀ ਆ ਜੀ, ਸਾਰੇ ਪਾਸੇ ਪੈਂਦਾ। ਕਿਉਂ ਨਹੀਂ? ਤੁਸੀਂ ਸਾਨੂੰ ਨਾ ਕਹੋ ਵੰਡਣ ਦੀ ਗੱਲਾਂ ਕਰਦੇ ਆ, ਅਸੀਂ ਤਾਂ ਜੋੜਨ ਦੀ ਗੱਲਾਂ ਕਰਦੇ ਆ ਮਹਾਰਾਜ। ਸਰਦਾਰ ਜੀ ਮੇਰੀ ਗੱਲ ਸੁਣੋ ਧਿਆਨ ਨਾਲ। ਹਾਂਜੀ, ਇਹਦੇ ਵਿੱਚ ਕੋਈ ਲੜਾਈ ਝਗੜੇ ਵਾਲਾ ਕੰਮ ਨਹੀਂ। ਹਾਂ, ਤੁਸੀਂ ਕਹਿੰਦੇ ਆ ਵੀ ਖਾਲਿਸਤਾਨੀ ਹੈ ਜਿਹੜੇ ਉਹ ਰਫੜ ਪਾਉਂਦੇ। ਇੱਥੇ ਆਓ, ਆਹ ਪੁਆਇੰਟ ਤੇ ਆਓ ਨਾ ਤੁਸੀਂ, ਗੱਲ ਤਾਂ ਆਇਆ। ਹੁਣ ਮੈਂ ਤੁਹਾਨੂੰ ਦੱਸਣ ਲੱਗਾ, ਇੱਕ ਸੁਣੋ ਮੇਰੀ ਗੱਲ। ਹਾਂ, ਖਾਲਿਸਤਾਨ ਉਹਨਾਂ ਨਹੀਂ ਦੇਣਾ, ਲੋਕਾਂ ਨੇ ਹੀ ਦੇ ਦੇਣਾ ਕਿਸੇ ਦਿਨ ਨੂੰ। ਲੋਕਾਂ ਦਾ ਨਕਾਰਤਾ ਜੀ। ਉਹਦੇ ਵਿੱਚ ਸਾਰੀ ਕੌਮ ਨੂੰ ਹੀ ਫਾਇਦਾ ਹੋਣਾ, ਉਹ 'ਚ ਹਿੰਦੂਆਂ ਨੂੰ ਵੀ ਫਾਇਦਾ ਹੋਣਾ। ਇਹਦੇ ਵੀ ਹਿੰਦੂਆਂ ਨੇ ਕਿਤੇ ਚੱਲ ਜਾਣਾ, ਖਾਲਿਸਤਾਨ ਤੋਂ ਆਪ ਹੀ ਬਣ ਜਾਣਾ। ਜੋ ਲੱਛਣ ਹੈ ਇੰਡੀਆ ਵਿੱਚ ਤੁਹਾਡੇ ਸਾਹਮਣੇ ਹੁੰਦਾ, ਜੋ ਹੁੰਦਾ। ਹੋਰ 2 ਸਾਲ ਕੱਟਣ ਤਾਂ ਦਿਓ, ਇਹ 6 ਮਹੀਨੇ ਕੱਟਣ ਦਿਓ, ਦੇਖੋ ਕੀ ਬਣਦਾ ਮੋਦੀ ਦਾ। ਦੇਖੋ ਗੱਲ ਆ ਵੀ ਅਸੀਂ ਗੱਲ ਇਹ ਕਰਦੇ ਹਾਂ, ਲੋਕਾਂ ਨੂੰ ਜੋੜਨੇ ਦੀ ਗੱਲ ਕਰਦੇ ਹਾਂ ਕਿ ਲੋਕਾਂ ਕਿਸ ਤਰ੍ਹਾਂ ਜੋੜੋ। ਹਾਂ, ਅਸੀਂ ਕਾਮਰੇਡ ਵਾਲਾ ਕੰਮ ਨਾ ਕਰੋ। ਕਾਮਰੇਡਾਂ ਨੇ ਇਹ ਮਹਾਰਾਜ ਤੁਸੀਂ ਗੱਲ ਸੁਣੋ, ਮੇਰੀ ਗੱਲ ਸੁਣੋ। 1984 ਤੁਸੀਂ ਖਾਲਸਾ ਦੀ ਗੱਲ ਕਰਦੇ ਹੋ। 1984 ਦੇ ਵਿੱਚ ਬੰਗਾਲ ਇੱਕ ਮਿੰਟ ਸੁਣ ਲਿਓ, ਇੱਕ ਮਿੰਟ ਸੁਣੋ। ਹਾਂਜੀ, ਅਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ, ਅਸੀਂ ਕਹਿੰਦੇ ਆ ਲੱਛਣ ਦੀ ਦਾ ਆਪੇ ਹੀ ਬਣ ਜਾਣਾ। ਬਿਲਕੁਲ। ਜਿਹੜੇ 1984 ਦੇ ਵਿੱਚ ਬੰਗਾਲ ਇੱਕ ਸਟੇਟ ਸੀ ਜਿੱਥੇ ਕੋਈ ਸਿੱਖ ਦਾ ਕਤਲ ਨਹੀਂ ਹੋਣ ਦਿੱਤਾ, ਉਹ ਉੱਥੇ ਕਾਮਰੇਡਾਂ ਦੀ ਗੌਰਮੈਂਟ ਸੀਗੀ। ਇਹ ਖਿਆਲ ਰੱਖਣਾ ਚਾਹੀਦਾ ਸਾਨੂੰ। ਤੇ ਲੋਕਾਂ ਨੇ ਜਿੱਥੇ ਵੀ ਲੋਕਾਂ ਨੂੰ ਬਚਾਇਆ ਗਿਆ, ਉਹ ਕਾਮਰੇਡਾਂ ਨੇ ਬਚਾਇਆ। ਪੰਜਾਬ ਦੇ ਵਿੱਚ ਕਤਲ ਕਰਾਏ ਆ ਉਹਨਾਂ ਹਿੰਦੂਆਂ ਨੇ, ਜਿਹੜੇ ਹਿੰਦੂ ਅੱਜ ਰਾਜ ਕਰਦੇ ਆ। ਅੱਗੇ ਵੀ ਉਹਨਾਂ ਦੀ ਪਾਲਿਸੀ ਇਹ ਸੀ, ਅੱਜ ਵੀ ਇਹ ਤੁਹਾਨੂੰ ਮਾਰਨ ਨੂੰ। ਤੇ ਸਰਦਾਰ ਜੀ ਤੇਰੇ ਪੱਗ ਬੰਨੀ ਹੋਆ, ਤੁਹਾਨੂੰ ਸਰਦਾਰ ਕਹਿੰਦੇ ਲੋਕ। ਜਿੱਥੋਂ ਦੀ ਲੰਘ ਜਾਂਦੇ ਇੰਡੀਆ ਵਿੱਚ ਲੋਕ ਕਹਿੰਦੇ ਆ ਵੀ ਹਾਂ ਵੀ ਇਹ ਕੋਈ ਬੰਦੇ ਆ। ਇਹਨਾਂ ਦਾ ਖਿਆਲ ਰੱਖੋ ਵੀ ਤੁਸੀਂ ਦੇਖੋ ਜਿਹੜੇ ਕਾਮਰੇਡ ਆ ਉਹ ਬਗਾਨੇ ਥੋੜੋ, ਉਹ ਵੀ ਸਾਡੇ। ਫਿਰ ਆਹ ਗੱਲ ਕਰੋ ਨਾ, ਅਸੀਂ ਕੋਈ ਅਸੀਂ ਕੋਈ ਵੀ ਕਰਦੇ ਆ। ਹਾਂ, ਇਹ ਆ ਕਾਮਰੇਡ ਵੀ ਸਾਡੇ। ਹਾਂ, ਏਦਾਂ ਗੱਲ ਕਰੋ ਮਤਲਬ ਸਾਰੇ ਅਸੀਂ। ਹਾਂਜੀ, ਪਰ ਇਹ ਵੀ ਜੇ ਕੋਈ ਸਾਡੇ ਜਿੰਨੇ ਲੋਕ ਆ, ਇਹ ਖਾਲਿਸਤਾਨ ਦਾ ਜਿਹੜਾ ਤੁਸੀਂ ਕਹਿੰਦੇ ਨਾ ਚੱਕਰ, ਉਹਦੀ ਕੋਈ ਗੱਲ ਨਹੀਂ, ਉਹ ਆਪੇ ਹੀ ਬਣ ਜਾਣਾ। ਚਲੋ ਜੀ, ਮਿਹਰਬਾਨੀ ਤੁਹਾਡੀ। ਆਪਣੇ ਸਰਦਾਰ ਸਾਹਿਬ ਬਹੁਤ ਬਹੁਤ ਥੈਂਕ ਯੂ ਤੁਹਾਡਾ ਆਉਣ ਦਾ, ਜੀ ਆਇਆਂ ਨੂੰ। ਹਾਂਜੀ, ਤੇ ਦੋਸਤੋ ਜਿਹੜੀ ਗੱਲ ਸੀਗੀ ਆਪਾਂ ਪਹਿਲਾਂ ਵੀ ਵਿਚਰਦੀ ਸੀਗੀ ਕਿ ਇੱਕ ਗੱਲ ਹੈਗੀ ਆ ਵੀ ਕਈ ਅਸੀਂ ਜਦੋਂ ਆਪਣੇ ਸਿਆਸੀ ਮੰਤਵਾਂ ਲਈ ਕਈ ਵਾਰ ਧਰਮ ਨੂੰ ਮੂਹਰੇ ਲਿਆ ਕੇ ਰੱਖਦੇ ਹਾਂ। ਭਾਈ ਸਾਹਿਬ ਉਹਨਾਂ ਨੇ ਗੱਲ ਚੇਤਾ ਕਰਾ ਦਿੱਤੀ ਕਿ 1984 ਦੇ ਵਿੱਚ ਨਾਈਆਂ ਦੀਆਂ ਦੁਕਾਨਾਂ ਬੰਦ। ਹਾਂਜੀ, ਅਤੇ ਹਾਂਜੀ, ਸਤਿ ਸ਼੍ਰੀ ਅਕਾਲ ਮਹਾਰਾਜ। ਹਾਂਜੀ ਭਾਈ, ਦੋਨਾਂ ਭਰਾਵਾਂ ਨੂੰ ਹੱਥ ਜੋੜ ਕੇ ਮੈਂ ਫਤਿਹ ਬੁਲਾਣਾ ਹੈ। ਸਤਿ ਸ਼੍ਰੀ ਅਕਾਲ ਜੀ। ਫਤਿਹ ਮਹਾਰਾਜ, ਫਤਿਹ ਜੀ, ਫਤਿਹ। ਮੈਂ ਕਿਹਾ ਜੀ ਭਾਜੀ, ਕਾਮਰੇਡਾਂ ਨੂੰ ਕੋਈ ਮੇਰਾ ਭਰਾ ਮਾੜੇ ਕਹਿੰਦਾ। 70 ਦੇ ਵਿੱਚ ਤੁਸੀਂ ਪਿੰਡ ਮੰਗੂਵਾਲ
ਜਿਹੜਾ ਜਲੰਧਰ ਦੇ ਵਿੱਚ ਸੀਗਾ, ਉੱਥੇ ਦੇ 3 ਯੋਧੇ ਹੋਏ ਆ। ਸ਼ਹੀਦ ਰਾਮ ਕਿਸ਼ਨ ਜ਼ਿਮੀਂਦਾਰਾਂ 'ਚ ਹੋਇਆ ਇਕਬਾਲ, ਤੇ ਦੂਜੀ ਕਮਿਊਨਿਟੀ ਦੇ ਚੱਲ ਨਾਂ ਲੈਣਾ ਸਾਡੇ ਹੀ ਆ, ਉਹ ਝੀਰਾਂ 'ਚ ਹੋਇਆ ਸੋਹਣ ਲਾਲ ਜੋਸ਼ੀ। ਬਿਲਕੁਲ, ਹਾਂਜੀ। ਇਤਿਹਾਸ ਫਰੋਲ ਕੇ ਦੇਖ ਲਵੇ ਕੋਈ ਬੰਦਾ ਵੀ। ਮੈਂ ਕਹਿੰਦਾ ਲੰਡਨ ਦੇ ਵਿੱਚ ਬੈਠੇ ਮੰਗੂਵਾਲ ਦੇ, ਹੋਰ ਵੀ ਕੈਨੇਡਾ ਅਮਰੀਕਾ ਬੈਠੇ, ਉਸ ਪਿੰਡ ਦਾ ਦੇਖੋ ਨਾਂ ਕੀ ਬਣਾਇਆ ਸੀ ਕਾਮਰੇਡਾਂ ਨੇ। ਉਸ ਪਿੰਡ ਦੇ ਵਿੱਚ ਉਹ ਲਹਿਰ ਉੱਠੀ ਸੀਗੀ, ਤੇ ਲੋਕੀ ਕਹਿੰਦੇ ਕਾਮਰੇਡ ਏਦਾਂ, ਉਹਨਾਂ ਨੇ ਕੋਈ ਮਾੜਾ ਨਹੀਂ ਸੀ ਉਸ ਟਾਈਮ ਵੀ ਆਜ਼ਾਦੀ ਮੰਗੀ ਸੀਗੇ। ਬਿਲਕੁਲ ਠੀਕ ਹੈ ਜੀ, ਬਿਲਕੁਲ ਸਹੀ ਆ। ਬਿਲਕੁਲ ਕੋਈ ਬੰਦਾ ਯਾਦ ਕਰਕੇ ਉੱਥੇ ਜਾ ਕੇ ਪਿੰਡ ਮੰਗੂਵਾਲ ਦੇ ਵਿੱਚ ਜਾ ਕੇ ਕੋਈ ਪੁੱਛਦਾ ਆਦਾ ਸਾਮਾ ਕਰੀਹਾ ਪਿੰਡ ਮੰਗੂਵਾਲ, ਕੋਈ ਪੁਲਿਸ ਦੀ ਵਿੱਚ, ਮੈਂ ਕਿਹਾ ਪੁਲਿਸ ਦੀ ਕੋਈ ਜ਼ਰੂਰਤ ਨਹੀਂ ਸੀ ਪਿੰਡ ਮੰਗੂਵਾਲ ਦੇ ਵਿੱਚ ਐਂਟਰ ਕਰ ਜਾਵੇ। ਬਿਲਕੁਲ ਤੁਹਾਡੀ ਗੱਲ ਸਹੀ ਆ। ਗਿਆਨ ਸਿੰਘ ਸੰਘਾ ਉਸ ਟਾਈਮ ਝੰਡਾ ਚਾੜਦਾ ਹੁੰਦਾ ਸੀਗਾ, ਉਹ ਵੀ ਚਲੋ ਮਾਰ ਦਿੱਤਾ ਇਹਨੇ ਖਾਲਿਸਤਾਨੀਆਂ ਨੇ। ਉਹ ਝੰਡਾ ਚਾੜਦਾ ਸੀ, ਉਹਦੇ ਗੱਡੀ ਦੇ ਮੂਹਰੇ ਕੋਈ ਖੜਿਆ ਨਹੀਂ ਸੀ ਅੱਜ ਤੱਕ ਉਹ ਪੁਲਿਸ ਵਾਲਾ। ਇਹ ਅਸਲ ਦੇ ਵਿੱਚ ਕੀ ਹੈ। ਹਾਂਜੀ ਵੀਰ ਜੀ, ਥੈਂਕ ਯੂ ਤੁਹਾਡਾ ਬਹੁਤ ਵੀਰ ਜੀ। ਹਾਂਜੀ, ਅਸਲ 'ਚ ਮੈਂ ਪਹਿਲਾਂ ਕਰਦਾ ਕਿ ਜਿਹੜੀ ਗੱਲ ਕਰਨ ਲੱਗੇ ਸੀ ਕਿ ਕਿਸ ਤਰ੍ਹਾਂ ਲੋਕ ਅੱਜ ਜਿਹੜੇ ਸਿੱਧੂ ਨੂੰ ਭਾਈ ਸਾਹਿਬ ਦਾ ਖਿਤਾਬ ਦੇਣ ਨੂੰ ਤਿਆਰ ਨੇ। ਇੱਕੋ ਬੰਦੇ ਦੀ ਦਾੜੀ ਵੀ ਹੈ ਨਹੀਂ, ਸਿਰ 'ਤੇ ਵਾਲ ਵੀ ਪੂਰੇ ਹੈ ਨਹੀਂ ਗਏ, ਪੱਗ ਵੀ ਨਹੀਂ ਬੰਨੀ, ਤੇ ਉਹਨਾਂ ਲੋਕਾਂ ਨੇ ਇੱਕ ਟਾਈਮ ਦੇ ਵਿੱਚ 1984 ਦੇ ਵਿੱਚ ਨਾਈਆਂ ਦੀਆਂ ਦੁਕਾਨਾਂ ਬੰਦ ਕਰਾਈਆਂ, ਸ਼ੂਟ ਕੀਤੇ, ਝਟਕਾਈਆਂ, ਹਾਂਜੀ ਝਟਕਾਈਆਂ ਦੀਆਂ ਦੁਕਾਨਾਂ ਬੰਦ ਕਰਾਈਆਂ, ਕੁੜੀਆਂ ਨੂੰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੀਲੀਆਂ ਚੁੰਨੀਆਂ ਲੈਣ ਲਈ ਮਜਬੂਰ ਕੀਤਾ ਗਿਆ। ਅੱਜ ਉਹ ਇੱਕ ਆਪਣੇ ਸਿਆਸੀ ਮੰਤਵ ਲਈ ਇੱਕ ਉਹਨੂੰ ਦੂਜਾ ਸਿੱਖ ਤਾਂ ਕਹਿਣਾ ਬਹੁਤ ਔਖਾ ਆ ਵੀ ਉਸ ਨੂੰ ਉਹ ਭਾਈ ਸਾਹਿਬ ਦਾ ਖਿਤਾਬ ਦਿੰਦੇ ਪਏ ਨੇ। ਇਹ ਸਿਆਸੀ ਮੰਤਵ ਕਿੱਧਰ ਨੇ? ਇਹ ਸਾਰਾ ਕੁਝ ਸਾਡੇ ਲਈ ਸੋਚਣ ਲਈ। ਹਾਂਜੀ ਆਓ ਜੀ ਵੀਰ ਜੀ, ਕਾਲ ਆ ਜੇ। ਹਾਂਜੀ, ਜੈ ਗੁਰਦੇਵ ਜੀ। ਹਾਂਜੀ ਜੈ ਗੁਰਦੇਵ ਜੀ। ਹਾਂ, ਮੈਂ ਮਨਜੀਤ ਲੋਈ ਬੋਲਦਾ ਜੀ, ਬੈਡਫੋਰਡ ਤੋਂ। ਹਾਂਜੀ ਮਨਜੀਤ ਜੀ, ਜੀ ਆਇਆਂ ਨੂੰ। ਦੇਖੋ, ਮੇਰਾ ਇੱਕ ਸਵਾਲ ਹੈ, ਤੁਸੀਂ ਆਪ ਸਾਰੇ ਸੂਝਵਾਨ ਬੈਠੇ ਹੋ। ਬਿਲਕੁਲ ਜੀ। ਤੁਸੀਂ 1947 ਤੋਂ ਲੈ ਕੇ ਹੁਣ ਤੱਕ ਦੇਖ ਲਓ, ਪੰਜਾਬ ਦੀ ਕਿਹੜੀ ਮੰਗ ਪੂਰੀ ਹੋਈ ਆ? ਮੈਨੂੰ ਤੁਸੀਂ ਇਹ ਦੱਸੋ ਪਹਿਲਾਂ। ਪਿਛਲੇ 75 ਸਾਲਾਂ ਤੋਂ ਪੰਜਾਬ ਦੀ ਇੱਕ ਵੀ ਮੰਗ ਪੂਰੀ ਨਹੀਂ ਹੋਈ। ਪੰਜਾਬ ਦੇ ਜਿੰਨੇ ਵੀ ਪਾਣੀ ਹੈਗੇ ਆ ਉਹ ਸਾਰੇ ਦੂਜੇ ਰਾਜਾਂ ਨੂੰ ਫ੍ਰੀ 'ਚ ਜਾ ਰਹੇ ਆ। ਪੰਜਾਬ ਦੀ ਬਿਜਲੀ ਦਿੱਲੀ ਨੂੰ ਜਾ ਰਹੀ ਆ ਫ੍ਰੀ ਦੇ ਵਿੱਚ, ਤੇ ਪੰਜਾਬ ਜਿਹੜਾ ਆ ਉਹ ਕੋਲਾ ਮੁੱਲ ਲੈ ਕੇ ਬਿਜਲੀ ਬਣਾ ਰਿਹਾ। ਪੰਜਾਬ ਨੂੰ ਹਰ ਪਾਸਿਓਂ ਉਜਾੜਿਆ ਗਿਆ ਆ। ਜੇ ਕੋਈ ਮੰਗ ਪੂਰੀ ਹੋਈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ, ਦੱਸੋ। ਤੁਸੀਂ ਮੰਗਾਂ ਦੇ ਲਈ ਤਾਂ ਅੱਜ ਬਾਰਡਰਾਂ ਤੇ ਬੈਠੇ ਆ ਲੋਕ, ਹਨਾ। ਹਾਂਜੀ, ਹੁਣ ਤੁਸੀਂ ਇਹ ਦੱਸੋ ਨਾ ਵੀ ਜੇ ਹੁਣ ਸਾਨੂੰ 75 ਸਾਲਾਂ ਵਿੱਚ 75 ਸਾਲਾਂ ਵਿੱਚ ਸਾਨੂੰ ਲਿਆ ਕੇ ਰੋਡ ਦੇ ਉੱਪਰ ਬਿਠਾ ਕੇ ਰੱਖ ਦਿੱਤਾ। ਮੇਰੀ ਇੱਕ ਮਿੰਟ ਗੱਲ ਸੁਣ ਲਓ। ਹਾਂਜੀ ਹਾਂਜੀ। 75 ਸਾਲਾਂ ਦੇ ਵਿੱਚ ਇਹਨਾਂ ਨੇ ਲਿਆ ਕੇ ਸਾਨੂੰ ਰੋਡ ਦੇ ਉੱਪਰ ਰੱਖ ਦਿੱਤਾ, ਬੇਘਰ ਕਰਕੇ ਰੱਖ ਦਿੱਤਾ ਸਾਡੇ ਪੰਜਾਬ ਦੇ ਲੋਕਾਂ ਨੂੰ। ਹੁਣ ਸਾਨੂੰ ਕੀ ਮਿਲ ਜਾਣਾ? ਜੇ ਸਾਨੂੰ 75 ਸਾਲਾਂ 'ਚ ਨਹੀਂ ਮਿਲਿਆ, ਹੁਣ ਕੀ ਮਿਲ ਜੂਗਾ? ਹੁਣ ਵੀ ਕੁਝ ਨਹੀਂ ਮਿਲਣਾ ਹੈਗਾ। ਆਪਣੇ ਸਰਦਾਰ ਮਨਜੀਤ ਸਿੰਘ ਜੀ, ਜੇ ਅਸੀਂ ਬਾਦਲ ਨੂੰ ਸਿੱਖ ਸਮਝਦੇ ਰਹੇ, ਨਹੀਂ ਕੈਪਟਨ ਦਾ ਛੋਣਾ ਵਜਾਣਾ ਬੰਦ ਕਰੋ। ਇਹ ਮੈਂ ਇਹੀ ਸੁਣ ਰਿਹਾ ਪਿਛਲੇ 50 ਸਾਲਾਂ ਤੋਂ। ਬਾਦਲ ਦਾ ਛੋਣਾ, ਕੈਪਟਨ ਦਾ ਛੋਣਾ, ਇਹ ਬੰਦ ਕਰੋ। ਇਹ ਮੈਂ ਤੁਹਾਨੂੰ ਆਹੀ ਦੱਸਦਾ ਆ ਵੀ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਮਹਾਰਾਜ, ਗੱਲ ਸੁਣੋ ਬਈ ਜਦ ਤੱਕ ਤੁਸੀਂ ਇਹਨਾਂ ਲੋਕਾਂ ਦੇ ਅਸਲੀ ਰੂਪ ਨਹੀਂ ਦੇਖਦੇ, ਜਿਹੜੇ ਸਿੱਖੀ ਰੂਪ ਦੇ ਵਿੱਚ ਤੁਹਾਡੇ ਮੂਹਰੇ ਆ ਕੇ ਪੇਸ਼ ਹੁੰਦੇ ਨੇ, ਸਿੱਖੀ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਤੁਹਾਡੇ ਵੋਟਾਂ ਲੈ ਲੈਂਦੇ ਆ, ਗੁਟਕੇ ਹੱਥ ਫੜ ਕੇ ਕਸਮਾਂ ਖਾ ਲੈਂਦੇ ਨੇ, ਉਹ ਲੋਕਾਂ ਤੋਂ ਬਚੋ। ਉਹਨਾਂ ਲੋਕਾਂ ਨੇ ਤੁਹਾਨੂੰ 75 ਸਾਲ ਤੇ ਕਿ 75,000 ਸਾਲ 'ਚ ਕੁਝ ਨਹੀਂ ਦੇਣਾ, 100 ਸਾਲ 'ਚ ਨਹੀਂ ਕੁਝ ਵੀ ਦੇਣਾ ਉਹਨਾਂ ਨੇ। ਇਹ ਫਿਰ ਹੁਣ ਸਾਡੇ ਪੰਜਾਬ ਦੇ ਲੋਕਾਂ ਨੂੰ ਅਕਲ ਆਉਣੀ ਚਾਹੀਦੀ ਹੈ ਨਾ। ਸਾਡੇ ਪੰਜਾਬ ਦੇ ਲੋਕ, ਇਹਨਾਂ ਨੂੰ, ਸਾਡੇ ਪੰਜਾਬ ਦੇ ਲੋਕਾਂ ਨੂੰ ਤਾਂ ਇਹਨਾਂ ਨੇ 5 ਸਾਲ ਕਾਂਗਰਸ ਤੋਂ ਜੁੱਤੀਆਂ ਖਾ ਲੈਣੀਆਂ, 10 ਸਾਲ ਅਕਾਲੀਆਂ ਤੋਂ ਜੁੱਤੀਆਂ ਖਾ ਲੈਣੀਆਂ। ਹੁਣ ਗਾਹਾਂ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਝਾੜੂ ਟੋਪੀ ਤੁਰਿਆ ਫਿਰਦਾ, ਹੁਣ ਇਹਦੇ ਕੋਲੋਂ ਜੁੱਤੀਆਂ ਖਾਣ ਦੀ ਤਿਆਰੀ ਕਰ ਰਹੇ ਆ ਪੰਜਾਬ ਦੇ ਲੋਕ। ਹੋਰ ਕੁਝ ਨਹੀਂ ਹੋਣਾ। ਬਿਲਕੁਲ ਜੀ। ਹੁਣ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ, ਦੇਖੋ ਸਾਡਾ ਦਿੱਲੀ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਤਾ, ਉਹ ਕਿੰਨੇ ਸਾਲ ਪੁਰਾਣਾ ਸੀਗਾ। ਅਸੀਂ ਕੀ ਕਰ ਲਿਆ ਜਾਂ ਤੁਸੀਂ ਕੀ ਕਰ ਲਿਆ, ਦੱਸੋ। ਹਾਂ ਜੀ, ਮੈਂ ਉਸ ਦਿਨ ਮੁਜ਼ਾਹਰੇ ਤੇ ਗਿਆ ਸੀ, ਅਸੀਂ ਕੋਚ ਲੈ ਕੇ ਗਏ ਸੀ ਮੁਜ਼ਾਹਰੇ ਦੇ ਉੱਤੇ। ਮੈਂ ਉੱਥੇ ਜਾ ਕੇ ਬੋਲਿਆ ਵੀ ਆ, ਕੋਚ ਵੀ ਲੈ ਗਏ ਆ, ਜੋ ਕਰ ਸਕਦੇ ਸੀ ਇੱਥੇ। ਇੱਕ ਮਿੰਟ ਗੱਲ ਤਾਂ ਸੁਣ ਲਓ ਮਹਾਰਾਜ, ਵੀ ਅਸੀਂ ਗਏ ਆ ਤੇ ਆਪਾਂ ਜੋ ਬਣਦਾ, ਆਪਾਂ ਆਪਣਾ ਹੱਕ ਬਣਦਾ ਉੱਥੇ ਅਦਾ ਕੀਤਾ। ਅਸੀਂ ਉਸ ਦਿਨ ਤੁਗਲਕਾਬਾਦ ਦੇ ਜਿਹੜਾ ਮੰਦਿਰ ਦੇ ਬਾਰੇ
ਜੋ ਹੋਇਆ ਬੇਅਦਬੀ ਹੋਈ ਸੀ ਉਹਦੇ ਲਈ ਅਸੀਂ ਉੱਥੇ ਇਕੱਠੇ ਹੋਏ ਸੀ, ਗਏ ਸੀ। ਇੱਥੇ 13 ਕੋਚ ਆਪਾਂ ਬਰਮਿੰਘਮ ਚੋਂ ਲਗਭਗ ਲਾਏ ਗਏ ਸੀਗੇ। ਫਿਰ ਦੇਖੋ ਉਸ ਤੋਂ ਪਹਿਲਾਂ ਇਹਨਾਂ ਨੇ ਮੁਸਲਮਾਨਾਂ ਦੀ, ਆਪਣੇ ਮੁਸਲਮਾਨ ਭਰਾਵਾਂ ਦੀ ਕਿੰਨੇ 100 ਸਾਲ ਪੁਰਾਣੀ ਸੀ ਮਸਜਿਦ, ਉਹ ਢਾਹ ਕੇ ਨਹੀਂ ਮੰਦਰ ਬਣਾਤਾ। ਬਹੁਤ ਗਲਤ ਸੀਗਾ, ਬਹੁਤ ਗਲਤ ਆ। ਹਾਂਜੀ, ਇਹ ਨਿਸ਼ਾਨੀਆਂ ਆ, ਇਹ ਗੁਲਾਮੀ ਦੀਆਂ ਨਿਸ਼ਾਨੀਆਂ ਆ। ਹਾਂਜੀ, ਇਹ ਜਿਹੜਾ ਸਿਸਟਮ ਹੈ ਨਾ, ਭਾਰਤੀ ਜਿਹੜਾ ਸਿਸਟਮ ਹੈ, ਭਾਰਤੀ ਸਟੇਟ ਦਾ ਸਿਸਟਮ ਹੈ, ਇਹ ਆਪਣੀ ਜੁੱਤੀ ਦੇ ਥੱਲੇ ਰੱਖਦਾ ਲੋਕਾਂ ਨੂੰ। ਬਿਲਕੁਲ। ਉਹਨਾਂ ਕੋਲ ਪਾੜੋ ਦੇ ਰਾਜ ਕਰੋ ਦੀ ਨੀਤੀ ਹੈ, ਲੋਕਾਂ ਨੂੰ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਦੇ ਉੱਤੇ ਉਹ ਸਾਨੂੰ ਪਾੜਦੇ ਨੇ। ਹੁਣ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਆ। ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਕਰੋਨਾ ਹੋਇਆ, ਉਹਨਾਂ ਨੂੰ 5-5 ਹਜ਼ਾਰ ਰੁਪਈਆ ਦੇ ਰਹੇ ਆ ਸਿੱਖ ਫॉर ਜਸਟਿਸ ਵਾਲੇ। ਅੱਛਾ ਜੀ। ਜਿੰਨੇ ਵੀ ਲੋਕਾਂ ਨੂੰ ਤੁਹਾਡੇ ਪਰਿਵਾਰ ਦੇ ਵਿੱਚ, ਚਾਹੇ ਇੱਕ ਮੈਂਬਰ ਹੈ, ਚਾਹੇ 10 ਮੈਂਬਰ ਹੈ, ਇੱਕ ਮੈਂਬਰ ਨੂੰ 5-5 ਹਜ਼ਾਰ ਰੁਪਈਆ ਦੇ ਰਹੀ ਆ ਸਿੱਖ ਫॉर ਜਸਟਿਸ। ਅੱਛਾ ਜੀ। ਤੇ ਉਹਨਾਂ ਨੇ ਹੁਣ ਇਹਨਾਂ ਨੇ ਵੈਬਸਾਈਟ ਹੀ ਬੰਦ ਕਰ ਦਿੱਤੀ ਆ, ਲੋਕ ਲੈ ਹੀ ਨਾ ਸਕਣ। ਦੇਖੋ ਵੀਰ ਜੀ, ਗੱਲ ਹੈ ਵੀ ਜਦੋਂ ਤੱਕ ਅਸੀਂ ਸਾਂਝੀਵਾਲਤਾ ਦੀ ਗੱਲ ਨਹੀਂ ਨਾ ਕਰਦੇ, ਅਸੀਂ ਜੇ ਕਿਸੇ ਦਰਖਤ ਨੂੰ, ਸੁੱਕਦੇ ਦਰਖਤ ਨੂੰ ਬਚਾਉਣ ਲਈ ਉਹਦੇ ਪੱਤਿਆਂ ਨੂੰ ਪਾਣੀ ਦੇਵਾਂਗੇ, ਉਹ ਦਰਖਤ ਨਹੀਂ ਬਚਣਾ, ਉਹਦੀ ਜੜ੍ਹਾਂ 'ਚ ਦੇਖਣਾ ਪਊਗਾ ਉਹਦੇ ਕੀ ਨੁਕਸ ਹੈਗਾ। ਜਿੰਨਾ ਵੀ ਹੋ ਸਕਦਾ ਆ ਬਾਹਰ ਬੈਠੇ ਬਹੁਤ ਵਧੀਆ ਗੱਲ ਹੈ ਜਿੰਨਾ ਕਰਦੇ ਆ। ਹਾਂਜੀ, ਹੁਣ ਇਹ ਤਾਂ ਨਹੀਂ ਹੁਣ ਤੁਸੀਂ ਕਹੋਗੇ ਸਾਰਾ ਸਿਸਟਮ ਹੀ ਬੰਦ ਕਰ ਦਿਓ ਜੀ। ਨਾ ਜੀ, ਅਸੀਂ ਤਾਂ ਤੁਹਾਨੂੰ ਕਿਸੇ ਦੀ ਹੈਲਪ ਕਰਨੇ ਨਹੀਂ ਦੇਣੀ। ਹਾਂਜੀ, ਨਹੀਂ ਦੇਖੋ, ਮਦਦ ਕਰਨੀ ਜੋ ਹੈ, ਆਪਣੇ ਗੁਰਦੁਆਰਿਆਂ ਨੇ ਮਦਦ ਕਰਦੇ ਆ, ਆਕਸੀਜਨ ਦਾ ਲੰਗਰ ਲਾਇਆ ਦਿੱਲੀ ਦੇ ਵਿੱਚ, ਬਹੁਤ ਚੰਗੀ ਗੱਲ ਕੀਤੀ ਹੈ। ਜਾਂ ਪੰਜਾਬ ਦੇ ਵਿੱਚ ਜੋ ਕਰਦੇ ਨੇ ਲੋਕ, ਉਹ ਵਧੀਆ ਗੱਲ ਹੈਗੀ ਆ। ਪਰ ਹਾਂਜੀ, ਓਕੇ ਵੀਰ ਜੀ, ਮਿਹਰਬਾਨੀ ਤੁਹਾਡਾ, ਬਹੁਤ ਥੈਂਕ ਯੂ, ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਤੇ ਦੋਸਤੋ, ਆ ਜਿਹੜੀਆਂ ਡਿਬੇਟ, ਕੋਈ ਵੀ ਗੱਲਬਾਤ ਚੱਲਦੀ ਆ, ਵਿਚਾਰ ਵਟਾਂਦਰਾ ਹੁੰਦਾ, ਇਹਦਾ ਕਾਂਸ਼ੀ ਟੀਵੀ ਦੇ ਪ੍ਰਬੰਧਕਾਂ ਦਾ, ਕਾਂਸ਼ੀ ਟੀਵੀ ਦੇ ਨਾਲ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ। ਇਹ ਖਿਆਲ, ਇਹ ਵਿਚਾਰ ਆਪਣੇ ਦਰਸ਼ਕ, ਆਪਣੇ ਪ੍ਰੈਜ਼ੈਂਟਰਾਂ ਦੇ ਤੇ ਜਾਂ ਆਪਣੇ ਦਰਸ਼ਕਾਂ, ਗੈਸਟ ਦੇ ਨੇ, ਉਹਨਾਂ ਦੇ ਨੇ। ਹਾਂਜੀ, ਕੌਲ ਜੀ। ਹਾਂਜੀ ਕੁਲਵੰਤ ਜੀ, ਜੈ ਭੀਮ ਜੀ। ਭਗਵਾਨ ਜੀ, ਜੈ ਭੀਮ ਜੀ। ਮੈਂ ਗੁਰਪ੍ਰੀਤ ਬਾਸੀ ਬੋਲਦਾ ਜੀ। ਹਾਂ ਬਾਸੀ ਸਾਹਿਬ ਜੀ, ਆਇਆਂ ਨੂੰ ਥੈਂਕ ਯੂ ਜੀ। ਦੋਨਾਂ ਵੀਰਾਂ ਨੂੰ ਬਹੁਤ ਮੇਰੇ ਵੱਲੋਂ ਸਤਿਕਾਰ ਸਹਿਤ ਜੈ ਗੁਰਦੇਵ ਜੈ। ਮਿਹਰਬਾਨੀ ਜੀ। ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਚਾਹਲ ਸਾਹਿਬ ਦੀ ਕਮੀ ਨਹੀਂ ਮਹਿਸੂਸ ਹੋਣ ਦੇ ਰਹੇ ਔਰ ਬਹੁਤ ਸੋਹਣਾ ਪ੍ਰੋਗਰਾਮ ਕਰ ਰਹੇ ਹੋ। ਬਹੁਤ ਮਿਹਰਬਾਨੀ। ਬਹੁਤ ਗੰਭੀਰ ਮਸਲਿਆਂ ਤੇ ਤੁਸੀਂ ਵਿਚਾਰਾਂ ਕੀਤੀਆਂ ਔਰ ਬਹੁਤ ਕਾਲਰ ਸਾਥੀਆਂ ਨੇ ਵੀ ਆਪਣੇ ਮਸਲੇ ਸਾਂਝੇ ਕੀਤੇ ਤੁਹਾਡੇ ਨਾਲ, ਤੁਸੀਂ ਬਾਖੂਬੀ ਨਿਭਾ ਰਹੇ ਹੋ। ਹਾਂਜੀ, ਮਿਹਰਬਾਨੀ। ਬਸ ਉਹ ਕਈ ਵਾਰ ਇੱਕੋ ਹੀ ਪ੍ਰੋਬਲਮ ਆ ਰਹੀ ਹੈ ਕਿ ਉਹ ਗੱਲ ਨੂੰ ਸਮਝ ਨਹੀਂ ਰਹੇ। ਇੰਟਰਵਿਊ ਬਸ ਮਸਲਾ ਇਸ ਗੱਲ ਦਾ ਆ ਕਿ ਜਿਸ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇਸ਼ ਦੇ ਕਾਨੂੰਨ ਮੰਤਰੀ ਬਣੇ ਆ, ਹਾਂਜੀ, ਉਹਨਾਂ ਨੇ ਆਪਣੇ ਕਾਨੂੰਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅੱਛਾ ਜੀ। ਹਾਂਜੀ, ਉਹਨਾਂ ਨੇ ਇੱਕ ਗੱਲ ਕਹੀ ਕਿ ਦੇਸ਼ ਦਾ ਸੰਵਿਧਾਨ ਕਿੰਨਾ ਵੀ ਕਿਉਂ ਨਾ ਵਧੀਆ ਹੋਵੇ, ਜੇਕਰ ਉਹਨੂੰ ਲਾਗੂ ਕਰਨ ਵਾਲੇ ਲੋਕਾਂ ਦੀ ਮਨਸ਼ਾ ਮਾੜੀ ਹੋਊਗੀ ਤਾਂ ਉਹ ਚੰਗਾ ਸੰਵਿਧਾਨ ਵੀ ਮਾੜਾ ਸਾਬਤ ਹੋਊਗਾ। ਬਿਲਕੁਲ ਸਹੀ ਹੈ। ਹਾਂਜੀ, ਬਾਬਾ ਸਾਹਿਬ ਦਾ ਕਥਨ ਆ ਕਿ ਕੋਈ ਵੀ ਸੰਵਿਧਾਨ, ਇਹ ਜਿਹੜਾ ਦੇਸ਼ ਦਾ ਸੰਵਿਧਾਨ ਬਣਿਆ, ਇਹ ਦੁਨੀਆ ਦਾ ਸਰਵਉੱਚ ਵਧੀਆ ਸੰਵਿਧਾਨ ਆ। ਕਿਉਂਕਿ ਤੁਸੀਂ ਜਾਣਦੇ ਹੋਣੇ ਕਿ ਨੈਲਸਨ ਮੰਡੇਲਾ ਜੀ ਜਿਹੜੇ ਅਫਰੀਕਾ ਦੇ ਬਹੁਤ ਵੱਡੇ ਆਗੂ ਹੋਏ ਆ, 27 ਸਾਲ ਜੇਲ੍ਹ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਸੰਘਰਸ਼ ਵਿੱਚ ਕੱਟੇ ਆ। ਉਹਨਾਂ ਨੇ ਕਿਹਾ ਕਿ ਭਾਰਤ ਵਿੱਚੋਂ ਜੇਕਰ ਕੋਈ ਚੀਜ਼ ਲੈਣ ਵਾਲੀ ਆ ਤਾਂ ਉਹ ਹੈ ਭਾਰਤ ਦਾ ਸੰਵਿਧਾਨ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਕਿ ਇੰਨਾ ਵਧੀਆ ਸੰਵਿਧਾਨ ਹੈ, ਅਗਰ ਇਹਨੂੰ ਲਾਗੂ ਕਰਨ ਵਾਲੇ ਲੋਕ ਨਕੰਮੀ ਮਾਨਸਿਕਤਾ ਰੱਖਣਗੇ, ਉਹ ਸਹੀ ਤਰੀਕੇ ਨਾਲ ਲਾਗੂ ਨਹੀਂ ਕਰਨਗੇ ਤਾਂ ਵਧੀਆ ਸੰਵਿਧਾਨ ਵੀ ਕੁਝ ਨਹੀਂ ਕਰ ਸਕਦਾ, ਮਾੜਾ ਸਾਬਤ ਹੋਏਗਾ। ਬਿਲਕੁਲ। ਹਾਂ, ਸੋ ਗੱਲ ਇੱਥੇ ਆ ਜਾਂਦੀ ਹੈ ਕਿ ਜਿਹੜੀ ਸਰਕਾਰਾਂ ਉੱਥੇ ਬਣੀਆਂ ਹੁਣ ਤੱਕ, ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ, ਉਹਨਾਂ ਦੀ ਮਨਸ਼ਾ ਇੰਨੀ ਮਾੜੀ ਰਹੀ ਹੈ, ਉਹਨਾਂ ਨੇ ਸੰਵਿਧਾਨ ਦੀਆਂ ਹੂਬਹੂ ਆਇਤਾਂ ਨੂੰ, ਸੰਵਿਧਾਨ ਦੀਆਂ ਹੂਬਹੂ ਆਰਟੀਕਲਸ ਨੂੰ ਲਾਗੂ ਨਹੀਂ ਕੀਤਾ ਹੈ। ਸੋ ਮੈਂ ਇਹ ਦੱਸਣਾ ਚਾਹੁੰਦਾ ਸਾਧ ਸੰਗਤ ਦੇ ਚਰਨਾਂ ਦੇ ਵਿੱਚ, ਤੇ ਸਾਧ ਸੰਗਤ ਜੀ, ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਸਾਨੂੰ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਸਰਕਾਰ ਦਾ, ਖਾਸ ਤੌਰ ਤੇ ਮੋਦੀ ਸਰਕਾਰ ਦਾ, ਮੋਦੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਨਾ ਜੀ ਪਹਿਲੀ ਵਾਰ, ਤਾਂ ਉਹਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਕਿਹਾ ਕਿ ਹਮਾਰੀ 800 ਸਾਲ की प्राप्ति है आज देश का प्रधानमंत्री बनाओ। यानी वो पिछले 800 सालों तो संघर्ष कर रहे हैं। यानी इस करके इनू समझण दी लोड़ आ कि उन्हां दा संघर्ष की है। वो अपना संघर्ष कर रहे हैं कि देश नू हिंदू राष्ट्र बनाउणा, ते देश नू हिंदू राष्ट्र बनाउण दे लई उन्हां दा वड्डा निशाना संविधान नू खत्म करना है।
ਹੁਣ ਜਿਹੜਾ ਆਪਾਂ ਬਾਰ-ਬਾਰ ਕੁੱਟ ਖਾ ਰਹੇ ਹਾਂ ਮਾਈਨੋਰਿਟੀਜ਼ ਬਣਾ ਹੋ ਕੇ, ਕਦੀ ਆਪਾਂ ਨੂੰ ਮੁਸਲਮਾਨ ਭਾਈਚਾਰੇ ਨੂੰ ਉਹ ਟਾਰਗੇਟ ਕਰ ਰਹੇ ਆ, ਕਦੀ ਸਿੱਖ ਭਾਈਚਾਰੇ ਨੂੰ ਟਾਰਗੇਟ ਕਰ ਰਹੇ ਆ, ਕਦੀ ਆ ਕਿਸਾਨੀ ਸੰਘਰਸ਼ ਦੇ ਵਿੱਚ, ਕਦੀ ਆਪਾਂ ਮਜ਼ਦੂਰ ਸੰਘਰਸ਼ ਦੇ ਵਿੱਚ ਕੁੱਟਾਂ ਖਾ ਰਹੇ ਆ। ਅੱਜ ਸਾਨੂੰ ਲੋੜ ਹੈ ਸੰਵਿਧਾਨ ਨੂੰ ਬਚਾਉਣ ਦੀ। ਸੰਵਿਧਾਨ ਨੂੰ ਬਚਾਉਣ ਦੇ ਨਾਲ ਨਾਲ ਸਾਨੂੰ EVM ਦਾ ਵਿਰੋਧ ਕਰਨਾ ਵੀ ਨਾਲ ਨਾਲ ਜ਼ਰੂਰੀ ਆ। ਅੱਜ ਸਾਡੇ ਲਈ ਮਸਲਾ ਇੱਕ ਨਹੀਂ, ਕਈ ਗੰਭੀਰ ਮਸਲੇ ਆ, ਸਾਨੂੰ ਪੂਰੀ ਆਪਣੀ ਬੁੱਧੀ ਖੋਲ ਕੇ ਰੱਖਣੀ ਜ਼ਰੂਰੀ ਹੈ। ਹਾਂਜੀ, EVM ਬਹੁਤ ਵੱਡੀ ਕਨਸਪੀਰੇਸੀ ਹੈ ਜਿਹੜੀ ਕਿ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ। ਮੈਂ ਸਮਝਦਾ ਹਾਂ ਕਿ ਇਹ ਜਿਹੜੀ ਮਾੜਾ ਦੌਰ ਮਹਾਮਾਰੀ ਦਾ ਚੱਲ ਰਿਹਾ ਹੈ ਕਰੋਨਾ ਦਾ, ਇਹਦੇ 'ਚ ਵੀ ਇਹ ਜਿਹੜੀ ਮਾੜੀ ਮਾਨਸਿਕਤਾ ਵਾਲੀ ਸਰਕਾਰ ਹੈ, ਬਾਹਰਲੀਆਂ ਦੇਸ਼ਾਂ ਦੀਆਂ ਧੜਾ-ਧੜ ਜਾ ਰਹੀਆਂ ਸਹਾਇਤਾ ਜਿਹੜੀਆਂ ਏਡਸ ਆ ਉਹਦੇ ਨਾਲ ਫਾਇਦਾ ਉਠਾ ਰਹੀ ਹੈ। ਦੇਸ਼ ਨੂੰ ਨਹੀਂ ਫਾਇਦਾ ਹੋ ਰਿਹਾ ਕੋਈ ਵੀ, ਇਹ ਆਪਣੀ ਨਿੱਜੀ ਆਪਣੀ ਗੁੱਡਵਿਲ ਬਣਾ ਰਹੀ ਆ, ਜਦ ਕਿ ਦੇਸ਼ ਉੱਥੇ ਇਸ ਵੇਲੇ ਤਰਾਹ-ਤਰਾਹ ਕਰ ਰਿਹਾ, ਲੋਕ ਤਰਾਹ-ਤਰਾਹ ਕਰ ਰਹੇ, ਲੋਕ ਇੰਨੀ ਦੁਰਦਸ਼ਾ ਨਾਲ ਮਰ ਰਹੇ ਆ, ਇਹ ਦੇਖ ਕੇ ਜਾਣੀ ਰੌਂਗਟੇ ਖੜੇ ਹੋ ਜਾਂਦੇ ਜੀ। ਇੰਨੀ ਮਾੜੀ ਹਾਲਤ ਹੋ ਗਈ ਹੈ ਸਾਡੇ ਦੇਸ਼ ਦੀ ਕਿ ਉਹ ਬਾਹਰ ਸੋਸ਼ਲ ਮੀਡੀਆ ਤੇ ਜਰੀਏ ਅਸੀਂ ਤੁਸੀਂ ਦੇਖਦੇ ਆ, ਪਰ ਦੂਸਰੀਆਂ ਕੰਟਰੀਆਂ ਕੋਲ ਐਕਚੁਅਲ ਪਿਕਚਰ ਨਹੀਂ ਜਾ ਰਹੀ ਹੈਗੀ ਜਿਹੜੀ ਹੈਗੀ ਹੈ ਦੇਸ਼ ਦੀ। ਬਹੁਤ ਮਾੜੀ ਦਸ਼ਾ ਦੇ ਵਿੱਚ ਦੇਸ਼ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ। ਹਾਂਜੀ, ਜ਼ਿੰਦਗੀ ਚੂਸ ਲਈ ਆ, ਜ਼ਿੰਦਗੀ ਖਤਮ ਕਰ ਦਿੱਤੀ ਲੋਕਾਂ ਚੋਂ, ਜ਼ਿੰਦਗੀ ਖਿੱਚ ਲਈ ਗਈ ਹੈ, ਲੋਕ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਜਿਉਂਦੇ ਵੀ। ਆਜ਼ਾਦੀ ਤੋਂ ਲੈ ਕੇ ਅੱਜ ਤੱਕ ਇੰਨੀ ਮਾੜੀ GDP ਨਹੀਂ ਸੀ ਹੋਈ ਦੇਸ਼ ਦੀ, -25 ਤੱਕ ਚਲੇ ਜਾਣੀ GDP। ਇੱਕ ਕਿੰਨੀ ਮਾੜੀ ਮਾਨਸਿਕਤਾ ਦੀ ਗੱਲ ਹੈ। ਤੁਸੀਂ ਦੇਸ਼ ਨੂੰ ਲੈ ਕੇ ਕਿੱਧਰ ਜਾਣਾ ਚਾਹੁੰਦੇ ਆ? ਇੰਨੀ ਮਾੜੀ ਦਸ਼ਾ ਦੇ ਵਿੱਚ ਤੁਹਾਡੇ ਕੋਲ ਕੁਝ ਵੀ ਡਿਵੈਲਪ ਤਾਂ ਨਹੀਂ ਹੋ ਰਿਹਾ ਦੇਸ਼ ਦੇ ਵਿੱਚ। ਅੱਛਾ ਜੀ, ਆਪਣੇ ਵਾਸੀ ਸਾਹਿਬ ਤੁਹਾਡੀ ਮਿਹਰਬਾਨੀ, ਤੁਹਾਡੀ ਬਹੁਤ ਬਹੁਤ, ਤੇ ਟਾਈਮ ਭੱਜਿਆ ਜਾ ਰਿਹਾ ਤੇ ਕਾਲਸ ਹੋਰ ਹੈਗੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਵਾਸੀ ਸਾਹਿਬ, ਮਿਹਰਬਾਨੀ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਕੁਲਵੰਤ ਜੀ? ਨਹੀਂ, ਮੈਂ ਹਾਂਜੀ, ਆਪਾਂ ਜਦੋਂ ਬਾਂਸੀ ਸਾਹਿਬ ਹੁਣੇ ਗੱਲ ਕਰਦੇ ਸੀਗੇ ਵੀ ਜਿਹੜਾ ਸੰਵਿਧਾਨ ਦੀ ਗੱਲ ਕਰਦੇ ਸੀ, ਦੇਖੋ ਸੰਵਿਧਾਨ ਨੂੰ ਆਪਾਂ ਜਦੋਂ ਤੱਕ ਨਹੀਂ ਸਮਝਦੇ ਹੈਗੇ, ਅਸੀਂ ਭਗਵੰਤ ਜੀ ਭਾਰਤ ਦੇ ਲੋਕ ਇਹੋ ਜਿਹੇ ਬਣ ਚੁੱਕੇ ਆ ਵੀ ਅਸੀਂ ਸੰਵਿਧਾਨ ਨੂੰ ਸਮਝਦੇ ਨਹੀਂ ਹੈਗੇ, ਤਾਂ ਅਸੀਂ ਅਲੱਗ-ਅਲੱਗ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੀਆਂ ਡਫਲੀਆਂ ਫੜੀਆਂ ਹੋਈਆਂ। ਹਾਂਜੀ, ਚਾਹੇ ਅੱਜ ਵੱਧ ਅਧਿਕਾਰਾਂ ਦੀ ਗੱਲ ਹੋਵੇ। ਹਾਂਜੀ ਹਾਂਜੀ, ਕਾਲ ਆਓ ਜੀ। ਹਾਂਜੀ, ਮੈਂ ਗੁਰਦੇਵ ਸਿੰਘ ਬੋਲਦਾ ਜੀ। ਹਾਂਜੀ, ਜੀ ਆਇਆਂ ਨੂੰ ਗੁਰਦੇਵ ਸਿੰਘ ਜੀ, ਬਹੁਤ ਬਹੁਤ ਤੁਹਾਡਾ। ਉਹ ਮੈਂ ਤੁਹਾਡਾ ਪ੍ਰੋਗਰਾਮ ਸਭ ਬਹੁਤ ਚੰਗਾ ਸੀ, ਪਰ ਤੁਸੀਂ ਬਾਕੀ ਗੱਲਾਂ ਸਾਰੀਆਂ ਕਰਦੇ ਜੇ ਲਾਲ ਬਹਾਦਰ ਸ਼ਾਸਤਰੀ ਦੀ ਵੀ ਕਰੋ, ਹਨਾ। ਜਿਸ ਬੰਦੇ ਨੇ ਜੱਟਾਂ ਨੂੰ ਜ਼ਮੀਨਾਂ UPL ਦੇ ਕੇ ਕਣਕ ਪੂਣੀ ਜ਼ਿਆਦਾ ਫਸਲਾਂ ਉਗਾਈਆਂ, ਫ੍ਰੀ ਜ਼ਮੀਨਾਂ ਦਿੱਤੀਆਂ, ਤੁਸੀਂ ਉਹਦਾ ਵੀ ਨਾਂ ਲਵੋ। ਮਹਾਰਾਜ ਤੁਸੀਂ ਕਰ ਦੇਵੋ ਗੱਲ, ਸਾਨੂੰ ਮਿਸ ਹੋ ਗਿਆ ਜਾਂ ਨਹੀਂ ਕੋਈ ਗੱਲ ਆ, ਤੁਸੀਂ ਦੱਸ ਦਿਓ। ਨਹੀਂ, ਦੇਖੋ ਉਦੋਂ 65 ਦੀ ਲੜਾਈ 'ਚ ਜਿਹੜੇ ਜਨਰਲ ਸੀ, ਜਨਰਲ ਨੇ ਪੁੱਛਿਆ ਵੀ ਯਾਰ ਪਾਕਿਸਤਾਨ ਗੜਬੜ ਕਰਦਾ। ਹਾਂਜੀ, ਹੁਣ ਕਿਹਾ ਤੁਹਾਨੂੰ ਤਨਖਾਹ ਕਾਹਦੀ ਮਿਲਦੀ ਆ? ਤੇ ਕੁੱਟ ਖਾ ਕੇ ਨਾ ਆਇਓ। ਤੇ ਲੋਕਾਂ ਨੂੰ ਹੁਣ ਦੇਖ ਲਓ, ਜ਼ਮੀਨ ਦਿੱਤੀ ਹੈ, ਜੈ ਜਵਾਨ ਜੈ ਕਿਸਾਨ। ਠੀਕ ਹੈ। ਹਾਂਜੀ ਹਾਂਜੀ, ਆਪਣੇ ਬੰਦੇ, ਪੰਜਾਬ ਦੇ ਬੰਦੇ ਉੱਥੇ ਮਲਟੀ ਮਿਲੀਅਨਏਅਰ ਬਣ ਗਏ ਉੱਥੇ ਜਾ ਕੇ UP 'ਚ। ਤੇ ਉਹ ਹੁਣ ਆਹੀ ਮੋਦੀ ਗੌਰਮੈਂਟ ਉਹਦੇ ਜ਼ਮੀਨ ਖੋਹਦੀ ਆ, ਗੁਜਰਾਤ ਜਿੰਨੀ ਵੀ ਹੈਗੀ ਆ। ਅਸਲ ਦੇ ਵਿੱਚ ਇਹ ਜਿਹੜੀ ਆ ਤੁਸੀਂ ਗੱਲ ਕੀਤੀ ਆ ਅਖੀਰ ਵਾਲੀ, ਬਹੁਤ ਵਧੀਆ ਗੱਲ ਹੈਗੀ। ਅਸਲ ਦੇ ਵਿੱਚ ਇਹ ਜੋ ਲੋਕਾਂ ਨੇ, ਮੈਂ ਕੱਲ੍ਹ ਤੁਰਿਆ ਜਾਂਦਾ ਸੋਚਦਾ ਸੀ ਕਿ ਆਪਣੇ ਮੈਂ ਚਾਚੇ ਨੂੰ ਦੇਖਦਾ ਸੀ ਵੀ ਉਹ ਜਵਾਨੀ ਤੋਂ ਲੈ ਕੇ ਬੁਢਾਪਾ ਹੋ ਗਿਆ, ਉਹਨਾਂ ਨੂੰ ਉੱਥੇ ਉਹ ਜ਼ਮੀਨਾਂ ਨੂੰ ਵਾਹਣਯੋਗ ਖੇਤੀਯੋਗ ਬਣਾਉਣ ਲਈ। ਤੇ ਅੱਜ ਜਦੋਂ ਉਹ ਉਸ ਦੇ ਵਿੱਚ ਕਾਮਯਾਬੀ ਹੋਈ ਕਿ ਹੱਦ ਤੱਕ, ਤਾਂ ਉਹਨੂੰ ਖੋਹਣ ਵਾਲੇ ਆ ਗਏ ਆ। ਇਹ 1907 ਦੇ ਵਿੱਚ, 1906-7 ਦੇ ਵਿੱਚ ਜਿਹੜਾ ਪਕੜੀ ਸੰਭਾਲ ਜੱਟਾ ਜਿਹੜੀ ਮੂਵਮੈਂਟ ਸੀ, ਬਿਲਕੁਲ ਇਸ ਤਰ੍ਹਾਂ ਸੀ। ਜਦੋਂ ਇਹਦੇ ਬਾਰੇ ਕਿਤੇ ਭਗਤ ਦੇ ਮਸਲੇ ਵੀ ਫਿਰ ਕੋਸ਼ਿਸ਼ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਵੀਰ। ਮੈਨੂੰ ਦੇਖੋ, ਮੇਰਾ ਬੋਰਨ ਇੰਡੀਆ ਦਾ ਹੋਇਆ ਆ। ਹਾਂਜੀ, ਇੱਥੇ ਮੈਨੂੰ 40 ਸਾਲ ਰਹਿੰਦੇ ਨੂੰ ਹੋ ਗਿਆ। ਆਪਣੇ ਟਾਈਮ ਦੀ ਘਾਟ ਆ, ਬਿਲਕੁਲ ਗੱਲ ਛੇਤੀ। ਮੈਂ ਸਮਝਦਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਹਾਂਜੀ, ਬਸ ਪ੍ਰੋਗਰਾਮ ਮੁੱਕਣ ਵਾਲਾ ਹੈਗਾ ਜੀ। ਮੁੜ ਕੇ ਡਿਬੇਟ ਹੋਊਗੀ, ਮੈਂ ਤੁਹਾਨੂੰ ਬਹੁਤ ਵਧੀਆ ਗੱਲਾਂ ਦੱਸੂਗਾ। ਓਕੇ ਜੀ, ਥੈਂਕ ਯੂ ਤੁਹਾਡਾ। ਥੈਂਕ ਯੂ ਗੁਰਦੇਵ ਜੀ, ਮਿਹਰਬਾਨੀ ਤੁਹਾਡੀ ਵੀਰ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਹਾਂਜੀ, ਪ੍ਰੋਗਰਾਮ ਖਤਮ ਹੋਣ ਵੱਲ ਨੂੰ ਜਾ ਰਿਹਾ ਦੋਸਤੋ, ਤੇ ਅਸੀਂ ਇੱਕ ਹੋਰ ਵੀ ਗੱਲ ਕਰਨੀ ਸੀ। ਤੁਹਾਡੀ ਗੱਲ ਖਤਮ ਹੋ ਗਈ ਜਾਂ ਮੈਂ ਦੱਸ ਦੇਵਾਂ ਕਿ? ਹਾਂਜੀ, ਉਹੀ ਆਪਾਂ ਗੱਲ ਕਰਦੇ, ਤੁਸੀਂ ਕਰ ਲਓ। ਹਾਂਜੀ, ਦੱਸੋ। ਹਾਂਜੀ, ਇਹ ਸੀਗਾ ਕਿ ਕਿਸਾਨੀ ਕੋਡ ਦੇ ਬਾਰੇ। ਇਹ ਸੀਗਾ ਕਿ ਪੰਜਾਬ ਦੇ ਕਿਸਾਨਾਂ ਨੇ ਤੇ ਉੱਥੇ ਦੇ ਸ਼ੌਪਕੀਪਰਾਂ, ਦੁਕਾਨਦਾਰਾਂ ਨੇ ਤੇ ਮਜ਼ਦੂਰਾਂ ਨੇ ਇਹ ਫੈਸਲਾ ਕੀਤਾ ਖਾਸ ਕਰ ਉਹਨਾਂ ਨੇ ਕਿ ਅਸੀਂ ਲੋਕਡਾਊਨ ਦਾ ਵਿਰੋਧ ਕਰਨਾ, ਅਸੀਂ ਲੋਕਡਾਊਨ ਦੇ ਵਿੱਚ ਕੰਮ ਕਰਨੇ ਨੇ ਤੇ ਅਸੀਂ ਮੋਰਚੇ 'ਤੇ ਜਾਣਾ ਆ, ਮੋਰਚਾ ਸੰਭਾਲਣੇ ਨੇ। ਤੇ ਇਹ ਉਹਨਾਂ ਦੇ ਆਪਣੇ ਉੱਥੇ ਦੇ ਜਿਹੜੇ ਉਹ ਸਿਆਣੀ ਜਥੇਬੰਦੀਆਂ ਨੇ, ਸਿਆਣੇ ਲੋਕ ਨੇ, ਉਹਨਾਂ ਨੇ ਇਹ ਫੈਸਲਾ ਕੀਤਾ। ਤੇ ਮੇਰਾ ਫਰਜ਼ ਤੁਹਾਨੂੰ ਇਨਫੋਰਮ ਦੱਸਣਾ ਸੀ ਕਿ ਕਈ ਲੋਕ ਉਸ ਬਾਰੇ ਜਾਣਨਾ ਚਾਹੁੰਦੇ ਹੁੰਦੇ ਆ।
ਤੇ ਅਸਲ 'ਚ ਇੰਗਲੈਂਡ ਦੇ ਵਿੱਚ ਅੱਜ ਚੋਣਾਂ ਵੀ ਨੇ, ਲੋਕਲ ਕੌਂਸਲ ਦੀ ਚੋਣਾਂ ਦਾ ਵੀ ਇੱਥੇ ਆਪਣੇ ਇੰਗਲੈਂਡ ਦੇ ਵਿੱਚ ਹੈਗਾ ਆ, ਤੇ ਪਾਰਲੀਮੈਂਟਰੀ ਚੋਣਾਂ ਦਾ ਆਪਣੇ ਸਕਾਟਲੈਂਡ ਤੇ ਦੂਜੇ ਵੇਲਸ ਦੇ ਵਿੱਚ ਹੈਗਾ ਆ। ਤੇ ਅੱਜ ਰਾਤ ਨੂੰ ਮੇਰਾ ਖਿਆਲ ਆ ਵੀ 10 ਵਜੇ ਤੱਕ ਉਹਨਾਂ ਦਾ ਟਾਈਮ ਹੁੰਦਾ ਆ, ਤੇ ਜਿਹਨਾਂ ਲੋਕਾਂ ਨੇ ਵੋਟਸ ਪਾਉਣੀਆਂ ਵੋਟਾਂ ਪਾ ਆਉਣ, ਜਿਹੜੇ ਨਹੀਂ ਪਾਉਣੀ ਜਾਂ ਕੋਈ ਉਹਨਾਂ ਦੇ ਆਪਣੇ ਉਹਨਾਂ ਨਾਲ ਇਤਰਾਜ਼ ਨੇ ਜਾਂ ਡਿਫਰੈਂਸਿਸ ਨੇ, ਉਹ ਸਾਨੂੰ ਲੋਕਾਂ ਨੂੰ ਮੂਹਰੇ ਆ ਕੇ ਗੱਲ ਕਰਨੀ ਚਾਹੀਦੀ ਆ। ਤੇ ਕਿ ਉਹਨਾਂ ਨਾਲ ਜੇ ਕੌਂਸਲਰ ਆ ਉਹਨਾਂ ਨੂੰ ਕੌਂਸਲਰ ਨੂੰ ਮਿਲਣਾ ਚਾਹੀਦਾ, ਨਾ ਕਿ ਕੌਂਸਲਰ ਸਾਰਾ ਦਿਨ ਆਪਣਾ ਇੱਕ ਥੋੜ੍ਹਾ ਜਿਹਾ ਕਰਕੇ ਤਾਂ ਬਹਿ ਜਾਂਦੇ ਨੇ ਘਰ ਕਈ ਵਾਰ। ਹਾਂਜੀ, ਤੇ ਬਾਕੀ ਜੇ ਪ੍ਰੋਗਰਾਮ ਕਰਦੇ ਆ ਮੇਰੇ ਵੱਲੋਂ, ਮੇਰੇ ਸਾਥੀ ਕੁਲਵੰਤ ਵੱਲੋਂ ਕਿਸ ਹਾਂਜੀ ਕੋਈ ਗੱਲ ਕਹਿ ਹੋ ਗਈ ਹੋਵੇ ਤਾਂ ਅਸੀਂ ਉਹਦੇ ਲਈ ਖਿਮਾ ਦੇ ਜਾਚਕ ਹਾਂ, ਮਾਫੀ ਚਾਹੁੰਦੇ ਹਾਂ। ਤੇ ਇਸ ਪ੍ਰੋਗਰਾਮ ਦੇ ਵਿੱਚ ਜੋ ਕੁਛ ਗੱਲਾਂ ਹੈ ਉਹਦੇ ਵਿੱਚ ਨਾਲ ਕਾਂਸ਼ੀ ਟੀਵੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਉਹਨਾਂ ਦੇ ਆਪਣੇ ਆ। ਤੇ ਇਸ ਪਾਸੋਂ ਤੁਸੀਂ ਆਪਣੇ ਟਾਈਮ ਹੋ ਗਿਆ ਕੁਲਵੰਤ ਜੀ ਕਹਿਣਾ ਚਾਹੋਗੇ? ਹਾਂਜੀ, ਪਹਿਲੇ ਗੱਲ ਤਾਂ ਜੀ ਦੇਖੋ ਆਪਾਂ ਹੁਣ ਸਮਾਪਤੀ ਵੱਲ ਜਾ ਰਹੇ ਹਾਂ, ਟਾਈਮ ਆਪਣੇ ਕੋਲ ਹੈ ਨਹੀਂਗਾ। ਸੋ ਨੈਕਸਟ ਟਾਈਮ ਫਿਰ ਆਪਾਂ ਅਗਲੇ ਹਫਤੇ ਲੈ ਕੇ ਆਵਾਂਗੇ ਫਿਰ ਇਹ ਨਵੇਂ ਪ੍ਰੋਗਰਾਮ। ਸੋ ਮੇਰੇ ਵੱਲੋਂ ਵੀ ਸਾਰਿਆਂ ਨੂੰ ਜੈ ਗੁਰਦੇਵ, ਜੈ ਭੀਮ। ਤੇ ਦੋਸਤੋ, ਮੇਰੇ ਵੀਰੋ, ਮੇਰੇ ਭੈਣੋ, ਬਸ ਇੱਕੋ ਗੱਲ ਮੈਂ ਕਹੂੰਗਾ ਕਿ ਆਪਾਂ ਨੂੰ ਧਿਆਨ ਨਾਲ ਦੇਖਣਾ ਪੈਣਾ, ਅਵੇਅਰਨੈਸ, ਚੁਕੰਨੇ ਹੋਣਾ ਪੈਣਾ। ਸਾਡੇ ਆਲੇ ਦੁਆਲੇ ਚਾਰੇ ਪਾਸੇ ਵਿਗਿਆੜ ਬੈਠੇ ਨੇ ਤੇ ਅਸੀਂ ਆਪਣੇ ਆਪ ਨੂੰ ਕਿੱਦਾਂ ਬਚਾਉਣਾ ਇਹ ਆਪਾਂ ਨੂੰ ਸੋਚਣਾ ਪੈਣਾ। ਅਚੰਨ ਹੋ, ਚੇਤਨ ਹੋਵੋ। ਤੇ ਪ੍ਰੋਗਰਾਮ ਖਤਮ ਕਰਦੇ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਧੰਨ ਗੁਰਦੇਵ, ਜੈ ਗੁਰਦੇਵ, ਧੰਨ ਗੁਰਦੇਵ।